ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਤੇ ਅੱਜ ਅਸੀਂ ਪੁੱਜੇ ਹੋਏ ਹਾਂ ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡੇ ਦੇ ਵਿੱਚ, ਜਿੱਥੇ ਆਪਣੇ ਸਮੇਂ ਦੇ ਖੇਡ ਕਬੱਡੀ ਦੇ ਪ੍ਰਸਿੱਧ ਖਿਡਾਰੀ ਤੇ ਐਥਲੀਟ ਸਰਦਾਰ ਕੁਲਦੀਪ ਸਿੰਘ ਜੀ ਬਸਤਰ, ਅੱਜ ਆਪਾਂ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ। ਆਓ ਫਿਰ ਮਿਲਵਾਉਂਦੇ ਹਾਂ ਤੁਹਾਨੂੰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਜੀ, ਬਹੁਤ ਵਧੀਆ। ਹੋਰ ਚੜ੍ਹਦੀ ਕਲਾ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਤੁਸੀਂ ਅੱਜ ਕੀਮਤੀ ਸਮਾਂ ਕੱਢ ਕੇ ਸਾਡੀ ਇੰਟਰਵਿਊ ਲੈਣਾ ਹੈ। ਤੇ ਸਰ, ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੀ ਜ਼ਿੰਦਗੀ ਦੀਆਂ, ਕਿਉਂਕਿ ਤੁਹਾਡਾ ਬੜਾ ਨਾਮ ਸੁਣਦੇ ਹਾਂ ਅਸੀਂ, ਐਥਲੀਟ ਤੌਰ ਤੇ ਵੀ ਤੇ ਕਬੱਡੀ ਖਿਡਾਰੀ ਤੌਰ ਤੇ ਵੀ। ਆਪਾਂ ਸਾਰੀਆਂ ਗੱਲਾਂ ਬਾਤਾਂ ਤੁਹਾਡੀ ਜ਼ਿੰਦਗੀ ਦੀਆਂ ਕਰਾਂਗੇ। ਸੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ ਅਤੇ ਪਰਿਵਾਰਕ ਪਿਛੋਕੜ ਬਾਰੇ ਦੱਸੋ। ਮੇਰਾ ਜਨਮ ਜੀ ਭੈਣੀ ਸਿੱਧਵਾਂ ਪਿੰਡ, ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸੀਗਾ, ਉੱਥੇ ਹੋਇਆ ਹੈ ਜੀ। ਅਸੀਂ ਪਾਕਿਸਤਾਨ ਚੋਂ ਉੱਜੜ ਕੇ ਆਏ ਸੀਗੇ, ਉੱਥੇ ਅਸੀਂ ਆਪਦੀ ਭੂਆ ਕੋਲ ਠਹਿਰੇ ਸੀ, ਉੱਥੇ ਦਾ ਮੇਰਾ ਜਨਮ ਹੈ। ਕਿਹੜੇ ਸਾਲ ਦੇ ਵਿੱਚ ਹੋਇਆ ਸੀ? ਸਨ ਇਹ ਹੈਗਾ ਜੀ 1953 ਜੀ। ਤੇ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਸਰਦਾਰ ਪ੍ਰੀਤਮ ਸਿੰਘ ਜੀ ਮੇਰੇ ਪਿਤਾ ਸੀ ਜੀ। ਤੇ ਅਸੀਂ 6 ਭੈਣ ਭਰਾ ਹਾਂ, 6 ਭਰਾ, 7ਵੀਂ ਸਾਡੀ ਭੈਣ ਹੈਗੀ ਜੀ। ਤੇ ਵਧੀਆ ਵੈਲ ਸੈਟ ਸਾਡੀ ਫੈਮਿਲੀ ਹੈਗੀ। ਮੈਂ ਇਕੱਲਾ ਸਰਵਿਸ ਕਰਦਾ, ਬਾਕੀ ਸਾਰੇ ਖੇਤੀ ਕਰਦੇ ਨੇ। ਚੰਗੀ ਸਾਡੇ ਕੋਲ ਜ਼ਮੀਨ ਹੈ ਜੀ। ਤੇ ਪੜ੍ਹਾਈ ਕਿੱਥੋਂ ਤੱਕ ਕੀਤੀ ਤੁਸੀਂ? ਪੜ੍ਹਾਈ ਮੈਂ BA ਤਾਈਂ ਕੀਤੀ ਜੀ, MA ਮੈਂ ਵਿੱਚੋਂ ਛੱਡ ਆਇਆ ਸੀ ਜੀ। ਮੇਰੀ ਲੱਤ ਟੁੱਟਣ ਕਰਕੇ ਮੈਂ ਬਾਅਦ ਛੱਡ ਆਇਆ ਸੀ ਜੀ। ਤੇ ਕਬੱਡੀ ਦੇ ਵਿੱਚ ਅਸੀਂ ਤੁਹਾਡਾ ਬੜਾ ਨਾਮ ਸੁਣਦੇ ਹਾਂ ਜੀ, ਪੁਰਾਣੇ ਪਲੇਅਰਾਂ ਤੋਂ ਜਾਂ ਪੁਰਾਣੇ ਜਿਹੜੇ ਤੁਹਾਨੂੰ ਵੇਖਣ ਵਾਲੇ ਸੀ, ਕਿ ਕੁਲਦੀਪ ਸਿੰਘ ਬਸਤਰ ਦਾ ਇੱਕ ਬੜਾ ਵਧੀਆ ਨਾਮ ਹੈ। ਸੋ ਗੱਲ ਕਰੀਏ ਆਪਾਂ, ਤੁਸੀਂ ਕਬੱਡੀ ਸ਼ੁਰੂ ਕਦੋਂ ਖੇਡਣੀ ਕੀਤੀ ਸੀ ਤੇ ਜਾਂ ਕਿਹਨੂੰ ਵੇਖ ਕੇ ਕਬੱਡੀ ਖੇਡਣ ਲੱਗੀ ਸੀ? ਸਭ ਤੋਂ ਪਹਿਲਾਂ ਜਦੋਂ ਮੈਂ ਇੱਥੇ ਦਾਖਲ ਹੋਇਆ ਜੀ ਬੁਢਲਾਡੇ ਸਕੂਲ ਦੇ ਵਿੱਚ ਜੀ, ਇੱਥੇ ਮੇਰੇ ਸੀਨੀਅਰ ਜਿਹੜੇ ਬੰਦੇ ਸੀ, ਰੁਲਦੂ ਖਾਨ, ਗੁਰਦੇਵ ਬੋੜਾ, ਗੁਰਦੇਵ ਸੁਰਮੇ ਵਾਲਾ ਵੱਜਦਾ ਹੁੰਦਾ ਸੀ ਇੱਕ ਕਲੈਰੀ ਤੋਂ। ਇਹ ਤਗੜੇ ਪਲੇਅਰ ਸੀ ਉੱਥੋਂ ਦੇ। ਇਹ ਕਬੱਡੀ ਖੇਡਦੇ ਹੁੰਦੇ ਸੀ। ਅਸੀਂ ਇਹਨਾਂ ਨੂੰ ਦੇਖਦੇ, ਸਾਡੇ ਸੀਨੀਅਰ ਸੀ ਬੰਦੇ ਸਾਰੇ ਜੀ, ਇਹਨਾਂ ਨੂੰ ਦੇਖਦਾ ਸੀ, ਪਰ ਮੈਨੂੰ ਖੇਡਣ ਦਾ ਕਿਤੇ ਮੌਕਾ ਨਹੀਂ ਸੀ ਮਿਲਿਆ। ਤੇ ਉਸ ਤੋਂ ਬਾਅਦ ਮੈਂ ਇੱਥੋਂ ਮੈਟਰ ਕਰਕੇ ਮੈਂ ਫਰੀਦਕੋਟ ਚਲ ਗਿਆ ਸਿੱਧਾ ਹੀ ਜੀ। ਫਰੀਦਕੋਟ ਦੇ ਵਿੱਚ ਮੈਂ ਇੱਥੇ ਐਥਲੈਟਿਕਸ ਕਰਦਾ ਸੀਗਾ, ਉੱਥੇ ਵੀ ਜਾ ਕੇ ਆਪਣੀ ਐਥਲੈਟਿਕਸ ਸ਼ੁਰੂ ਕੀਤੀ। ਫਿਰ ਵੀ ਮੈਨੂੰ ਕਬੱਡੀ ਖੇਡਣ ਦਾ ਕਿਤੇ ਮੌਕਾ ਨਹੀਂ ਮਿਲਿਆ ਜੀ। ਉਸ ਤੋਂ ਬਾਅਦ ਮੈਂ ਜਲੰਧਰ ਸਪੋਰਟਸ ਕਾਲਜ ਦਾਖਲਾ ਲੈ ਲਿਆ। ਉੱਥੇ ਮੈਨੂੰ ਕਬੱਡੀ ਦੀ ਟੀਮ ਦੇ ਵਿੱਚ ਉਹਨਾਂ ਨੇ ਪਾ ਲਿਆ। ਕਿਹੜੇ ਸਾਲ ਦੇ ਵਿੱਚ? ਇਹ ਸਨ ਹੈਗਾ ਜੀ 1970 ਦੇ ਵਿੱਚ ਜੀ। ਕਿਵੇਂ ਮਤਲਬ ਕਿ ਤੁਹਾਨੂੰ ਉਹਨਾਂ ਨੇ ਕਬੱਡੀ ਵੱਲ ਪਾਇਆ ਜੀ? ਕਬੱਡੀ 'ਚ ਮੇਰਾ ਸਰੀਰ ਵੇਖ ਕੇ, ਮੇਰੀ ਸਟਰੈਂਥ ਵੇਖ ਕੇ, ਮੇਰੀ ਸਪੀਡ ਵੇਖ ਕੇ, ਉਹਨਾਂ ਕੋਲੇ ਬੰਦੇ ਘੱਟ ਸੀਗੇ ਉਦੋਂ। ਸਾਡਾ ਜਿਹੜਾ ਮੈਚ ਸੀ ਯੂਨੀਵਰਸਿਟੀ ਦਾ ਮੈਚ ਸੀ ਸਰਿਆਲੀ ਕਾਲਜ ਨਾਲ ਜੀ, ਖਾਲਸਾ ਕਾਲਜ ਸਰਿਆਲੀ ਸੀਗਾ। ਤੇ ਉਹਨਾਂ ਦਾ ਸਾਡਾ ਮੈਚ ਸੀ, ਜਿਸ 'ਚੋਂ ਮੈਂ 100 ਤੋਂ 100 ਨੰਬਰ ਜਿੰਨੇ ਵੀ ਰੇਡਾਂ ਪਾਈਆਂ ਸਾਰੇ ਨੰਬਰ ਮੈਂ ਲਏ ਜੀ। ਹਾਂਜੀ, ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਕਬੱਡੀ ਵਾਲਿਆਂ ਦੀ ਨਿਗਾਹ 'ਚ ਆ ਗਿਆ ਜੀ, ਵੀ ਮੈਂ ਕਬੱਡੀ ਵਧੀਆ ਖੇਡ ਲੈਂਦਾ। ਉਸ ਤੋਂ ਬਾਅਦ ਸ਼ੁਰੂਆਤ ਹੋ ਗਈ। ਉਸ ਤੋਂ ਬਾਅਦ ਮੇਰੀ ਜਿੱਥੇ ਵੀ ਕਿਤੇ ਟੂਰਨਾਮੈਂਟ ਹੋਣਾ, ਕਬੱਡੀ ਵਾਲਿਆਂ ਨੇ ਮੈਨੂੰ ਨਾਲ ਲੈ ਜਾਣਾ। ਬਹੁਤ ਵਧੀਆ ਮੈਚ, ਸ਼ੁਰੂਆਤ ਹੀ ਬਹੁਤ ਵਧੀਆ ਹੋ ਗਈ ਸੀ। ਪਹਿਲੇ ਦਿਨ ਤੋਂ ਹੀ ਮਤਲਬ ਵੀ ਇਹੋ ਜਿਹਾ ਮੈਚ ਖੇਡਿਆ ਵੀ ਸਾਰੇ ਨੰਬਰ ਲੈ ਗਿਆ। ਵਾਹ ਜੀ ਵਾਹ। ਸੋ ਆਪਾਂ ਇੱਥੇ ਗੱਲ ਕਰੀਏ ਤੁਹਾਡੇ ਐਥਲੈਟਿਕਸ ਦੀ, ਤੇ ਉਹਦੇ ਵਿੱਚੋਂ ਕੀ ਕੀ ਪ੍ਰਾਪਤੀਆਂ ਰਹੀਆਂ ਤੁਹਾਡੀਆਂ? ਐਥਲੈਟਿਕਸ ਦੇ ਵਿੱਚੋਂ ਜੀ ਮੈਂ ਸਕੂਲਾਂ ਦੇ ਵਿੱਚੋਂ, ਮੇਰੀ ਨੈਸ਼ਨਲ ਦੇ ਵਿੱਚੋਂ ਸੈਕਿੰਡ ਪੋਜੀਸ਼ਨ ਸੀ, ਗੋਲੇ ਤੇ ਡਿਸਕਸ ਦੇ ਵਿੱਚੋਂ ਜੀ। ਪੰਜਾਬ ਦੇ ਵਿੱਚੋਂ ਮੈਂ ਗੋਲੇ ਦੇ ਵਿੱਚੋਂ ਅੰਡਰ 14 ਦਾ ਰਿਕਾਰਡ ਰੱਖਿਆ ਸੀ, ਤੇ ਡਿਸਕਸ ਦੇ ਵਿੱਚ ਮੈਂ ਫਸਟ ਸੀਗਾ ਜੀ। ਉਸ ਤੋਂ ਬਾਅਦ ਸਾਡੀ ਜਿਹੜੀ ਨੈਸ਼ਨਲ ਹੋਈ ਸੀ, ਉਹ ਹੋਈ ਸੀ ਜਲੰਧਰ ਦੇ ਵਿੱਚੋਂ ਮੈਂ ਦੋਵਾਂ ਦੇ ਵਿੱਚੋਂ ਸੈਕਿੰਡ ਸੀਗਾ ਜੀ। ਇਹ ਮੇਰੀ ਸਕੂਲਾਂ ਦੀ ਪ੍ਰਾਪਤੀ ਸੀਗੀ। ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਿਆ ਮੈਂ ਜਲੰਧਰ ਸਪੋਰਟਸ ਕਾਲਜ ਦਾਖਲ ਹੋ ਗਿਆ ਜੀ। ਸੋ ਉੱਥੇ ਜਦੋਂ ਤੁਹਾਡੀ ਕਬੱਡੀ ਦੀ ਸ਼ੁਰੂਆਤ ਹੋ ਗਈ, ਤੁਸੀਂ ਨੈਸ਼ਨਲ ਸਟਾਈਲ ਖੇਡੀ ਨਾਲ ਕਿ ਸਰਕਲ ਵੀ ਖੇਡੀ? ਉੱਥੇ ਮੈਂ ਇਕੱਲੀ ਸਰਕਲ ਸਟਾਈਲ ਖੇਡੀ ਜੀ। ਉਸ ਤੋਂ ਬਾਅਦ ਟੂਰਨਾਮੈਂਟ ਜਦੋਂ ਜ਼ਿਆਦਾ ਹੁੰਦੇ ਸੀਗੇ, ਪਿੰਡ ਵਾਲੇ ਟੂਰਨਾਮੈਂਟ ਹੁੰਦੇ ਸੀਗੇ, ਜ਼ਿਲ੍ਹੇ ਦੇ ਟੂਰਨਾਮੈਂਟ ਹੁੰਦੇ ਸੀ। ਇੱਕ ਥਾਂ ਤੇ ਨੈਸ਼ਨਲ ਪੱਧਰ ਦੇ ਵੀ ਟੂਰਨਾਮੈਂਟ, ਰਈਆ ਪਿੰਡ ਸੀਗਾ ਉੱਥੇ ਜੀ, ਰਈਆ ਕਸਬਾ ਗਾ। ਹਾਂਜੀ, ਉੱਥੇ ਨੈਸ਼ਨਲ ਪੱਧਰ ਉਸ ਟੀਮ, ਉੱਥੇ ਵੀ ਮੈਨੂੰ ਖੇਡਣ ਦਾ ਮੌਕਾ ਮਿਲਿਆ, ਔਰ ਚੰਗੇ ਪਲੇਅਰਾਂ ਤੋਂ ਮੈਂ ਵਧੀਆ ਨੰਬਰ ਲਏ ਉੱਥੇ ਜੀ। ਹਾਂਜੀ। ਤੇ ਆਪਾਂ ਗੱਲ ਕਰੀਏ ਤੁਹਾਡੇ ਸਰਕਲ ਸਟਾਈਲ ਦੇ ਮੈਚਾਂ ਦੀ, ਤੁਸੀਂ ਕਿਹੜੀਆਂ ਟੀਮਾਂ ਦੇ ਵਿੱਚੋਂ ਖੇਡੇ ਸ਼ੋਅ ਮੈਚ, ਤੇ ਜਾਂ ਫਿਰ ਆਪਾਂ ਗੱਲ ਕਰੀਏ ਓਪਨ ਦੀ, ਜਦੋਂ ਦੀ ਗੱਲ ਕਰੀਏ? ਸ਼ੋਅ ਮੈਚ ਆਏ ਸੀ ਜੀ, ਉਦੋਂ ਮੈਂ ਕਿਸੇ ਪਿੰਡ ਵਾਲੇ ਤੋਂ ਖੇਡ ਨਹੀਂ ਸਕਦਾ ਸੀਗਾ, ਮੈਂ ਜ਼ਿਆਦਾ ਸ਼ੋਅ ਮੈਚ ਹੀ ਖੇਡਦਾ ਜੀ। ਜਿਵੇਂ ਧਨੌਲੇ ਇੱਕ ਟੂਰਨਾਮੈਂਟ ਹੋਏ ਸੀਗੇ, ਉੱਥੇ ਅਸੀਂ ਇੱਕ ਫਿਜ਼ੀਕਲ ਕਾਲ ਦੀ ਟੀਮ ਬਣ ਕੇ ਆਉਂਦੀ, ਇੱਕ ਸਾਰੇ ਇਲਾਕੇ ਦੀ ਬਣ ਜਾਂਦੀ ਸੀ, ਉਹ ਵੀ ਅਸੀਂ ਜਿੱਤੀ ਜੀ। ਉਸ ਤੋਂ ਬਾਅਦ ਹੋਇਆ ਜੀ ਆਪਣਾ ਨਾਭੇ ਟੂਰਨਾਮੈਂਟ ਹੁੰਦਾ ਸੀਗਾ, ਉੱਥੇ ਵੀ ਅਸੀਂ ਫਿਜ਼ੀਕਲ ਕਾਲ ਜੋ ਕੰਨਿਓ ਆਉਂਦੇ, ਸਾਡਾ ਪਿੰਡ ਕੰਨਿਓ ਤਾਂ ਖੇਡਦੇ ਨਹੀਂ ਸੀ, ਉੱਥੋਂ ਆਉਂਦੇ ਤੇ ਅਸੀਂ ਸ਼ੋਅ ਮੈਚ ਹੀ ਖੇਡਦੇ, ਉਹ ਸਾਰੇ ਜਿੱਤੇ ਅਸੀਂ ਜੀ। ਉਸ ਤੋਂ ਬਾਅਦ ਸੰਨ 72 ਦੇ ਵਿੱਚ ਜ਼ਿਲ੍ਹਾ ਬਣਿਆ ਜੀ ਫਰੀਦਕੋਟ ਜੀ। ਉੱਥੇ ਵੀ ਅਸੀਂ ਫਿਜ਼ੀਕਲ ਕਾਲਜ ਕੰਨਿਓ ਆਏ, ਉੱਥੇ 2 ਹੀ ਮੈਚ ਹੋਏ ਸੀ, ਪੰਜਾਬ ਦੀਆਂ 2 ਟੀਮਾਂ ਬਣੀਆਂ ਸੀ, ਉੱਥੇ ਵੀ ਅਸੀਂ ਫਸਟ ਆਏ, ਉੱਥੇ ਵੀ ਅਸੀਂ ਵਧੀਆ ਉਹਦਾ ਪ੍ਰਦਰਸ਼ਨ ਕੀਤਾ ਜੀ। ਤੇ ਆਪਾਂ ਗੱਲ ਕਰੀਏ ਫਿਜ਼ੀਕਲ ਕਾਲਜ ਦੇ ਵਿੱਚ ਪੜ੍ਹਦੇ ਆ, ਤੁਹਾਡੀਆਂ ਉੱਥੇ ਕਾਲਜ ਦੇ ਵੱਲੋਂ ਖੇਡਦੇ ਆ,
ਤੇ ਕੀ ਪ੍ਰਾਪਤੀਆਂ ਰਹੀਆਂ? ਸਪੋਰਟਸ ਕਾਲਜ ਛੱਡ ਕੇ ਮੈਂ ਫਿਜ਼ੀਕਲ ਕਾਲਜ 'ਚ ਅੱਗੇ ਦਾਖਲ ਹੋ ਗਿਆ ਸੀ। ਇੱਥੇ ਮੈਂ BP ਐਡ ਕਰ ਲਿਆ, ਜਿਹੜਾ ਸਾਡਾ 3 ਸਾਲਾਂ ਦਾ ਕੋਰਸ ਸੀਗਾ। ਇੱਥੇ 3 ਸਾਲ ਹੀ ਮੈਂ ਸਰਕਲ ਸਟਾਈਲ ਕਬੱਡੀ ਤੇ ਨੈਸ਼ਨਲ ਸਟਾਈਲ ਕਬੱਡੀ ਅਸੀਂ ਚੈਂਪੀਅਨ ਰਹੇ ਜੀ। ਤੇ ਪਲੱਸ ਮੇਰਾ ਜਿਹੜਾ ਹੈਗਾ ਸੀਗਾ ਉਹ ਡਿਸਕਸ, ਗੋਲਾ ਤੇ ਵੇਟ ਲਿਫਟ, ਮੈਂ ਤਿੰਨੇ ਇਹ ਕਰਦਾ, ਦੋਨੇ ਕਬੱਡੀਆਂ ਕਰਦਾ ਤੇ 5 ਚੀਜ਼ਾਂ ਦੇ ਵਿੱਚੋਂ ਮੈਂ ਲਗਾਤਾਰ 3 ਸਾਲ ਫਸਟ ਆਉਂਦਾ ਰਿਹਾ। ਵਾਹ ਜੀ ਵਾਹ। ਤੇ ਉਹ ਜਿਹੜੇ ਤੁਹਾਡੇ 골ਡ ਸੀ ਉਹ ਕਿਹੜੇ ਸਾਲ ਦੇ ਵਿੱਚ ਸੀ? ਇਹ ਜਿਹੜਾ ਇੰਟਰਯੂਨੀਵਰਸਿਟੀ 골ਡ ਸੀ ਮੇਰਾ, ਇਹ 1974 ਦੇ ਵਿੱਚ ਸੀਗਾ ਜੀ। ਕਾਲੀਕਟ। ਜੀ ਜੀ। ਸੋ ਹੁਣ ਆਪਾਂ ਗੱਲ ਕਰੀਏ ਤੁਹਾਡੀਆਂ ਖੇਡ ਗਰਾਊਂਡਾਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਨੇ, ਜਿਹੜੀਆਂ ਯਾਦਗਾਰੀ ਮੈਚ ਆਪਾਂ ਜਿਨ੍ਹਾਂ ਨੂੰ ਕਹਿ ਲਈਏ, ਉਹਨਾਂ ਦਾ ਜ਼ਿਕਰ ਹੈ ਜਿਹੜਾ ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ। ਯਾਦਗਾਰੀ ਮੈਚ ਜਿਹੜਾ ਮੇਰਾ ਹੈਗਾ ਸੀਗਾ ਜੀ, ਸਭ ਤੋਂ ਵਧੀਆ ਮੈਚ ਇੱਥੇ ਬੁਢਲਾਡੀ ਹੋਇਆ ਜੀ। ਕਦੋਂ ਹੋਇਆ ਸੀ? ਇਹਦੇ ਨਾਲ ਸੀ? ਇਹ ਹੋਇਆ 74 ਕੇ 75 ਦੇ ਵਿੱਚ ਹੋਇਆ ਜੀ। 74 ਦੇ ਵਿੱਚ ਹੋਇਆ ਜੀ। ਇੱਥੇ ਸਾਰਾ ਇਲਾਕਾ ਸਾਡੇ ਉਲਟ ਹੋ ਜਾਂਦਾ ਸੀਗਾ। ਅਸੀਂ ਉਹੀ, ਮੇਰਾ ਨਾਂ ਅਜੈਬ ਸਿੰਘ ਬੱਛੋਂ ਵਾਲਾ, ਗੁਰਦੇਵ ਮਾਨਸਾ ਗਿਆ ਤੇ ਹੋਰ ਅਸੀਂ ਇੱਥੋਂ ਜਿਹੜੇ ਫਿਜ਼ੀਕਲ ਕਾਲਜ ਪੜ੍ਹਦੇ ਸੀ ਉਹੀ ਹੁੰਦੇ ਸੀਗੇ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ 5-7 ਬੰਦੇ ਇਕੱਠੇ ਹੋ ਕੇ ਸਾਰਿਆਂ ਨੂੰ ਜਿੱਤ ਲੈਂਦੇ ਸੀ ਜੀ। ਵਾਹ ਜੀ ਵਾਹ। ਕਿਹੜੀ ਹੁੰਦੀ ਤੁਹਾਡੇ ਜਿਹੜੀ ਵਿਰੋਧੀ ਟੀਮ ਹੁੰਦੀ ਸੀ? ਵਿਰੋਧੀ ਟੀਮ ਸਾਡੇ ਮੇਨ ਤਾਂ ਕਲੇਰੀ ਵਾਲੇ ਹੁੰਦੇ ਸੀ ਜੀ, ਤੇ ਬਾਕੀ ਸਾਰੇ ਪਿੰਡਾਂ ਦੇ ਆਲੇ ਦੁਆਲੇ ਦੇ ਸਾਰੇ ਇਕੱਠੇ ਸ਼ੋਅ ਮੈਚ ਹੀ ਹੁੰਦਾ ਜੀ ਇੱਕ ਜੀ। ਫਿਰ ਸਾਡਾ ਫਾਫੜੇ ਭਾਈ ਕੇ ਮੈਚ ਹੁੰਦਾ ਰਿਹਾ, ਉੱਥੇ ਮੈਂ 3 ਸਾਲ ਲਗਾਤਾਰ ਆਉਂਦਾ ਰਿਹਾ ਜੀ। ਉੱਥੇ ਵੀ ਅਸੀਂ ਸੰਸਥਾ ਵੰਨਗੀਓ ਖੇਡਦੇ ਸੀ, ਕਾਲਜ ਵੰਨਗੀਓ ਖੇਡਦੇ ਸੀ ਤੇ ਪਿੰਡ ਦੀ ਟੀਮ ਹੁੰਦੀ ਸੀ। ਉਹਦੇ ਵਿੱਚ ਵੀ ਸਾਡੀ ਲਗਾਤਾਰੀ। ਇੱਥੇ ਸਭ ਤੋਂ ਤਗੜਾ ਜਿਹੜਾ ਸਟੋਪਰ ਸੀ ਉਹ ਕੋਰਾ ਵੱਜਦਾ ਸੀ ਕਲੈਰੀ ਦਾ ਜੀ। ਉਹ ਕਿਸੇ ਨੂੰ ਨਹੀਂ ਸੀ ਨਿਕਲ ਹੁੰਦਾ, ਉਹ ਬਾਹਾਂ ਫੜ ਕੇ ਖੜਾ ਆਉਂਦਾ ਸੀ, ਇੰਨਾ ਮਤਲਬ ਉਹਦੇ 'ਚ ਉਹ ਸੀਗਾ। ਉਹਦੇ ਤੋਂ ਮੈਂ ਕਦੇ ਵੀ ਜਿੰਨੀ ਵਾਰੀ ਮੈਂ ਖੇਡਾਂ 5 ਵਾਰੀ 10 ਵਾਰੀ, ਉਦੋਂ ਇੱਕ ਵੀ ਪੁਆਇੰਟ ਮੈਂ ਉਹਨੂੰ ਨਹੀਂ ਦਿੱਤਾ ਜੀ। ਇੱਕ ਵੀ ਜਫਾ ਲਾ ਸਕਦਾ, ਇੱਕ ਵੀ ਮੈਥੋਂ ਜਫਾ ਨਹੀਂ ਹੋ ਲਾ ਸਕਿਆ ਜੀ। ਮਤਲਬ ਇਹ ਸਭ ਤੋਂ ਵੱਧ ਮੇਰੇ ਇੱਥੋਂ ਕਬੱਡੀ 'ਚੋਂ ਜਿੱਥੋਂ ਮੇਰਾ ਨਾਂ ਹੁੰਦਾ ਹੈ, ਜੋ ਮੈਂ ਤਗੜੇ ਪਲੇਅਰ ਨੂੰ ਹੱਥ ਲਾ ਕੇ ਆਉਂ ਸੀ, ਅੱਜ ਕੋਰੇ ਤਾਂ ਮੇਰੀ ਬਹੁਤ ਬੱਲੇ ਹੁੰਦੀ ਸੀ ਜੀ। ਤੇ ਤੁਸੀਂ ਬਤੌਰ ਰੇਡਰ ਖੇਡੇ ਹੋ ਜਾਂ ਨਾਲ ਜਾਫਲੈਂਡ ਵੀ ਖੜਦੇ? ਨਹੀਂ, ਮੈਂ ਜ਼ਿਆਦਾ ਮੈਂ ਖੇਡਦਾ ਤਾਂ ਮੈਂ ਰੇਡੀ ਕਰਦਾ ਸੀ ਤੇ ਲੋੜ ਪੈਣ ਤੇ ਜਿੱਥੇ ਕਿਤੇ ਸਾਡਾ ਕੋਈ ਰੇਡਰ ਵਧੀਆ ਕਰੀ ਸਟੋਪਰ ਮਾੜੇ, ਉੱਥੇ ਸਟੋਪ ਵੀ ਕਰ ਲੈਂਦੇ ਸੀ ਜੀ ਜੀ। ਰਤੀਏ ਮੈਂ ਸਟੋਪ ਵੀ ਕੀਤੀ ਆ। ਰਤੀਏ ਵੀ ਐਵੇਂ ਜਿਵੇਂ ਮੈਚ ਹੁੰਦੇ ਸੀ, ਬੜੇ ਤਗੜੇ ਮੈਚ ਹੁੰਦੇ ਸੀ। ਜਾਟ ਕਾਲਜ ਅਸਾਰ ਦੇ ਬੰਦੇ ਆਉਂਦੇ ਹੁੰਦੇ ਸੀ, ਉਹਨਾਂ ਨਾਲ ਵੀ ਸਾਡੇ, ਅਸੀਂ ਉਹਨਾਂ ਨੂੰ ਵੀ ਜਿੱਤੇ ਸਾਰਿਆਂ ਨੂੰ ਜੀ। ਤੇ ਖਾਸੀਅਤ ਕੀ ਸੀ ਤੁਹਾਡੀ ਰੇਡ ਪਾਉਣ ਦੀ? ਖਾਸੀਅਤ ਇਹ ਸੀ, ਐਥਲੈਟਿਕਸ ਕਰਦਾ ਸੀ ਮੈਂ ਜੀ। ਐਥਲੈਟਿਕਸ ਵਾਲੇ ਮੁੰਡੇ ਸੀ ਜਿਹੜੇ, ਉਹ ਫਿਜ਼ੀਕਲੀ ਬਹੁਤ ਤਗੜੇ ਸੀਗੇ, ਸਟਰੈਂਥ ਵੀ ਸੀਗੀ, ਸਟਾਈਲ ਵੀ ਸੀ, ਸੈਂਸ ਵੀ, ਖੇਡਣ ਦੀ ਅਕਲ ਵੀ ਸਾਨੂੰ ਜੀ। ਇਸ ਕਰਕੇ ਇਹਨਾਂ ਬੰਦਿਆਂ ਦੀ ਇੰਨੀ ਪ੍ਰੈਕਟਿਸ ਨਹੀਂ ਸੀ ਹੁੰਦੀ। ਠੀਕ ਹੈ, ਉਹ ਤਗੜੇ ਸੀ, ਮੈਂ ਇਹਨਾਂ ਨੂੰ ਮਾੜੇ ਨਹੀਂ ਮੰਨਦਾ ਹੈਗਾ, ਵਧੀਆ ਪਲੇਅਰ ਸੀ, ਪਰ ਇਹਨਾਂ ਦੀ ਇੰਨੀ ਪ੍ਰੈਕਟਿਸ ਨਹੀਂ ਜਿੰਨੀ ਸਾਡੀ ਫਿਜ਼ੀਕਲ ਕਾਲਜ ਪ੍ਰੈਕਟਿਸ ਹੁੰਦੀ ਜਾਂ ਸਪੋਰਟਸ ਕਾਲਜ ਦੇ ਵਿੱਚ ਇੱਕ ਵਧੀਆ ਟੈਕਨੀਕ ਨਾਲ ਸਾਡੀ ਪ੍ਰੈਕਟਿਸ ਹੁੰਦੀ ਸੀ ਜੀ। ਉਹ ਇਹਨਾਂ ਨੂੰ ਇੱਥੇ ਨਹੀਂ ਸੀ ਆਉਂਦੀ। ਇਸ ਕਰਕੇ ਇਹਨਾਂ ਨੂੰ ਅਸੀਂ ਮਤਲਬ, ਬਾਕੀ ਮੈਂ ਵੇਟ ਲਿਫਟ ਵੀ ਕਰਦਾ ਸੀਗਾ, ਜਾਨ ਬੜੀ ਸੀਗੀ, ਸਪੀਡ ਸੀ, ਪ੍ਰੈਕਟਿਸ ਬਹੁਤ ਹੁੰਦੀ, 2-2 ਘੰਟੇ ਸਵੇਰ ਪ੍ਰੈਕਟਿਸ ਕਰਨੀ, 2 ਘੰਟੇ ਸ਼ਾਮ ਨੂੰ ਕਰਨੀ ਜੀ। ਇਸ ਕਰਕੇ ਫਿਰ ਇਹ ਇੰਨੀ ਪ੍ਰੈਕਟਿਸ ਨਹੀਂ ਕਰਦੇ, ਪਿੰਡਾਂ 'ਚ ਇੱਥੋਂ ਮੇਲਿਆਂ 'ਤੇ ਸੀਮਿਤ ਸੀ ਬੰਦੇ। ਤੇ ਪ੍ਰੈਕਟਿਸ ਤੁਸੀਂ ਕਰਦੇ ਕਿੰਨਾ ਕੋਲੇ ਸੀ? ਕਹਿ ਲਈਏ ਤੁਸੀਂ ਉਸਤਾਦ ਕਿਹਨੂੰ ਮੰਨਦੇ ਸੀ? ਕਬੱਡੀ ਦਾ ਤਾਂ ਦੇਖੋ ਜੀ, ਇਹ ਉਰਦੂ ਖਾਨ ਹੋਣੀ, ਇਹਨਾਂ ਨੂੰ ਵੇਖ ਕੇ ਹੀ ਬੋੜੇ, ਉਹਨਾਂ ਨੂੰ ਜਿਹੜਾ ਨਾ ਖੇਡਦੇ ਰਹੇ, ਇਹਨਾਂ ਤੋਂ ਸਿੱਖਿਆ। ਇਹਨਾਂ ਨੂੰ ਮੈਂ ਵੇਖਦਾ ਰਿਹਾ, ਇਹਨਾਂ ਦਾ ਸਟਾਈਲ ਮੈਂ ਆਪਣੇ ਮਨ 'ਚ ਬਹਾ ਲਿਆ ਤੇ ਇਹੀ ਮੈਂ ਲਾਗੂ ਕੀਤਾ ਔਰ ਉਹ ਮੈਂ ਕਾਮਯਾਬ ਹੋਇਆ ਜੀ। ਇਹਨਾਂ ਨੂੰ ਦੇਖ ਇਹਨਾਂ ਨੂੰ ਵੇਖ ਕੇ ਜੀ। ਤੇ ਜਿਹੜਾ ਤੁਹਾਡਾ ਖੁਰਾਕ ਦਾ ਸੀਗਾ ਸਿਸਟਮ, ਉਹ ਕਿਸ ਤਰ੍ਹਾਂ? ਖੁਰਾਕ ਬੜੀ ਉਹ ਨਹੀਂ ਸੀਗੀ, ਸਿੰਪਲ ਖੁਰਾਕ ਸੀ ਜੀ। ਸਪੋਰਟਸ ਕਾਲਜ ਜਲੰਧਰ ਸਾਡਾ ਸਾਰਾ ਕੁਝ ਫ੍ਰੀ ਸੀਗਾ, ਫੀਸ ਵੀ ਫ੍ਰੀ ਸੀ, ਖਾਣਾ ਦਾਣਾ ਸਭ ਕੁਝ ਫ੍ਰੀ ਸੀ। ਉੱਥੇ ਹਫ਼ਤੇ 'ਚ 2 ਮੀਟ ਮਿਲ ਜਾਂਦਾ ਸੀਗਾ। ਸਵੇਰ ਬ੍ਰੇਕਫਾਸਟ ਦੇ ਵਿੱਚ ਅੱਧਾ ਕਿਲੋ ਦੁੱਧ ਸੀ, 2 ਆਂਡੇ ਮਿਲਦੇ ਸੀ। ਉਸ ਤੋਂ ਬਾਅਦ ਅਸੀਂ ਕਿਲੋ ਕੁ ਦੁੱਧ ਜਿਹੜਾ ਸੀ, ਅਸੀਂ ਉਹ ਐਕਸਟਰਾ ਅਸੀਂ ਬਾਹਰੋਂ ਪੀ ਲੈਂਦੇ ਸੀ ਤੇ ਹਫ਼ਤੇ 'ਚ 1-2 ਦਿਨ ਅਸੀਂ ਮੱਛੀ ਖਾ ਲੈਂਦੇ ਸੀ। ਆਂਡਿਆਂ 'ਤੇ ਜ਼ਿਆਦਾ ਜ਼ੋਰ ਸੀ ਕਿਉਂਕਿ ਆਂਡੇ ਸਾਨੂੰ ਆਰਾਮ ਨਾਲ ਮਿਲ ਜਾਂਦੇ ਸੀ, ਮੀਟ ਬਣਾਉਣਾ ਕਰਨਾ ਔਖਾ ਹੁੰਦਾ। ਬਸ ਇਹ ਸਾਡੀ ਰੋਜ਼ ਦੀ ਖੁਰਾਕ ਸੀ। ਕਦੇ ਜੂਸ ਜਾਸ ਵੀ ਲੈਂਦੇ ਸੀ। ਤੇ ਵਜਨ ਕਿੰਨਾ ਸੀ ਤੁਹਾਡਾ? ਵਜਨ ਮੇਰਾ ਜਦੋਂ ਮੈਂ ਖੇਡਦਾ ਸੀਗਾ, ਜਦੋਂ ਮੇਰੇ ਕੋਲ 85-86 ਕਿਲੋ ਭਾਰ ਸੀ ਮੇਰਾ ਜੀ। ਹਾਂਜੀ, ਵਾਹ ਜੀ ਵਾਹ। ਤੇ ਫਿਰ ਤਾਂ ਪੂਰਾ ਵਧੀਆ, ਮਤਲਬ ਇੰਨੇ ਵਜਨ ਦੇ ਵਿੱਚ ਤੁਸੀਂ ਪੂਰੇ ਟੌਪ ਦੀਆਂ ਕਬੱਡੀਆਂ ਪਾਉਂਦੇ ਰਹੇ ਨਾ? ਪੂਰੀਆਂ ਵਧੀਆ। ਫਿਰ ਤੁਹਾਡੀ ਰੇਡ ਤੇ, ਕਿ ਵੈਸੇ ਤਾਂ ਉਹਨਾਂ ਟਾਈਮਾਂ ਦੇ ਵਿੱਚ ਇਹ ਚੀਜ਼ ਹੈ ਨਹੀਂ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਸਪੈਸ਼ਲ ਮਾਨ ਸਨਮਾਨ ਹੁੰਦਾ ਰੇਡ ਦੇ ਉੱਪਰ, ਇਹ ਤੁਹਾਨੂੰ ਮਿਲਿਆ ਕਿਤੇ? ਹਾਂ ਜੀ, ਮੈਨੂੰ ਵਾਧੂ ਮਿਲਿਆ ਜੀ। ਆਪਣਾ ਫਰੀਦਕੋਟ ਵੀ ਮੈਨੂੰ ਮਿਲਿਆ ਜੀ, ਉੱਥੇ ਵੀ ਬੈਸਟ ਰੇਡਰ ਜੀ। ਤੇ ਧਨੌਲੇ ਵੀ ਮੈਂ ਬੈਸਟ ਰੇਡਰ ਸੀਗਾ। ਤੇ ਬਾਕੀ ਆ ਫਾਫੜੇ ਭਾਈ ਕੇ, ਤੇ ਅੱਜ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਆਪਣਾ ਦੁਸਹਿਰੇ ਦੇ ਟੂਰਨਾਮੈਂਟ ਜਿਹੜੇ ਸੀ, ਇੱਥੇ ਵੀ ਬੈਸਟ ਰੇਡਰ ਸੀਗਾ। ਤੇ ਉਹ ਮਾਨ ਸਨਮਾਨ ਉਹਨਾਂ ਦਿਨਾਂ ਦੇ ਵਿੱਚ ਦੇਖੋ ਕੋਈ ਬਾਹਲਾ ਸੀ ਲਾਲਚ ਨਹੀਂ ਹੁੰਦੇ, ਨਾ ਹੀ ਲੋਕਾਂ ਕੋਲ ਇੰਨੇ ਪੈਸੇ ਹੁੰਦੇ ਸੀਗੇ ਉਦੋਂ। ਮਤਲਬ ਕੋਈ ਪਿੱਤਲ ਦਾ ਭਾਂਡਾ ਦੇ ਦੇਣਾ, ਕੱਛੇ ਬਣਾਉਣਾ ਦੇ ਦੇਣਾ, ਟਰੈ ਸੂਟ ਦੇ ਦੇਣਾ। ਜਿੱਥੇ ਟਰੈ ਸੂਟ ਮਿਲ ਜਾਂਦੇ ਉੱਥੇ ਬਹੁਤ ਖੁਸ਼ ਹੁੰਦੇ। ਬਾਕੀ ਅਸੀਂ ਪੈਸੇ ਵਾਸਤੇ ਨਹੀਂ ਸੀ ਖੇਡਦੇ, ਅਸੀਂ ਸਿਰਫ ਸ਼ੌਂਕ ਤੇ ਜਿੱਤਣ ਵਾਸਤੇ ਖੇਡਦੇ ਵੀ ਅਸੀਂ ਤਗੜੇ ਹੋਣਾਗਾ।
ਅਸੀਂ ਕਦੇ ਸੀ ਵੀ ਉੱਥੇ ਪੈਸੇ ਮਿਲਣਗੇ ਤਾਂ ਜਾਵਾਂਗੇ। ਅਸੀਂ ਤਾਂ ਆਪਦਾ ਸਫ਼ਰ ਆ ਜਿਹੜਾ ਉਹ ਬੱਸਾਂ ਤੇ ਜਾ ਕੇ, ਸਾਈਕਲਾਂ ਤੇ ਜਾ ਕੇ, ਕਈ ਵਾਰੀ ਟਰੱਕਾਂ ਤੇ ਜਾ ਕੇ ਫ੍ਰੀ ਵੀ ਅਸੀਂ ਭਾਲ ਲੈਂਦੇ ਵੀ ਆਹ ਟਰੱਕ ਤੇ ਚੜ੍ਹ ਜਾਂਦੇ ਫਲਾਣਾ ਤਾਂ ਮੈਚ ਖੇਡ ਕੇ ਆ ਜਾਵਾਂਗੇ। ਪੈਸੇ ਦਾ ਲਾਲਚ ਕੋਈ ਇੰਨਾ ਲਾਲਚ ਨਹੀਂ ਸੀ। ਠੀਕ ਉਹ ਪੈਸੇ ਬਿਨਾਂ ਸਰਦਾ ਤਾਂ ਹੈ ਨਹੀਂਗਾ, ਪਰ ਉਹ ਇੰਨਾ ਲਾਲਚ ਨਹੀਂ ਸੀ ਪੈਸੇ ਬਿਨਾਂ ਅਸੀਂ ਕਿਸੇ ਜਾਣਾ ਹੀ ਨਹੀਂਗਾ। ਜੀ ਜੀ। ਤੇ ਕਿੰਨੀਆਂ ਕਬੱਡੀਆਂ ਪਾਉਂਦੇ ਸੀ ਤੁਸੀਂ ਇੱਕ ਮੈਚ ਦੇ ਵਿੱਚ? ਮੈਂ ਤਾਂ ਇੱਕ ਛੱਡ ਕੇ ਪਾਈ ਜਾਂਦਾ, ਕਈ ਵੀ ਤਾਂ 2-2 3 ਜਦੋਂ ਨਹੀਂ ਸੀ ਰੂਲ ਹੈਗਾ। ਹੁਣ ਤਾਂ ਹੈਗਾ ਵੀ ਇੱਕ ਛੱਡ ਕੇ ਜਾਣਾ ਜਾਂ ਕਿਵੇਂ ਹੈਗਾ। ਉਦੋਂ ਤਾਂ ਨਾਲ ਕਬੱਡੀ ਵੀ ਕਰਨੀ ਪੈਂਦੀ ਸੀਗੀ। ਪਰ ਸਾਡੇ ਵੇਲੇ ਹੀ ਆ ਗਿਆ ਸੀ 30 ਸੈਕਿੰਡ ਵਾਲਾ ਵੀ ਆ ਗਿਆ ਸੀਗਾ। ਜਦੋਂ ਅਸੀਂ ਲਾਸਟ ਦੇ ਵਿੱਚ ਉਦੋਂ 30 ਸਕਿੰਟਾਂ ਦੇ ਵਿੱਚ ਹੀ ਵਾਪਸ ਮੁੜਨਾ ਸੀਗਾ। ਤੇ ਉਸ ਟਾਈਮ ਨਾਲ ਬੜਾ ਸੀਗਾ, ਲਗਾਤਾਰ ਵੀ ਪਾ ਸਕਦੀ, ਪਰ ਉਹ 1-2 ਛੱਡ ਕੇ ਅਸੀਂ ਪਾਈ ਜਾਂਦੇ ਕਿਉਂਕਿ 3 ਰੇਡਰ ਤਾਂ ਹਰੇਕ ਟੀਮ 'ਚ ਹੁੰਦੀ ਨਹੀਂ। ਤੇ ਇੱਕ ਉਹ ਜਿਹੜੀ ਸਾਹਾਂ ਦੀ ਕਬੱਡੀ, ਦਮ ਤੇ ਕਬੱਡੀ ਹੁੰਦੀ, ਕਬੱਡੀ ਬੋਲਣਾ ਹੁੰਦਾ, ਤੇ ਹੁਣ ਗੁੰਮ ਕਬੱਡੀ ਕਹਿ ਲਈਏ ਆਪਾਂ। ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕੀ ਫਰਕ ਹੈ ਇਹਨਾਂ ਦੇ ਵਿੱਚ? ਇਹਦੇ 'ਚ ਉਹਦੇ 'ਚ ਡਬਲ ਜ਼ੋਰ ਲਾਏ ਨਾਲ ਤਾਂ ਸਾਹ, ਮਤਲਬ ਕਬੱਡੀ ਕਰਨਾ ਤੇ ਨਾਲੇ ਭੱਜਣਾ ਤੇ ਨਾਲੇ ਜ਼ੋਰ ਲਾਉਣਾ ਜੀ, ਬੜਾ ਕੁਛ। ਉਹ ਥੋੜੀ ਜਿਹੀ ਔਖੀ ਸੀ, ਇਹ ਸੌਖਾ ਕੰਮ ਹੈ। ਇਹ ਤੁਰੇ ਜਾਣਾ, ਬੋਲਣਾ ਕੁਛ ਹੈ ਨਹੀਂਗਾ, ਤੇ 30 ਸਕਿੰਟ ਦਾ ਹਿਸਾਬ ਕਿਤਾਬ ਰੱਖਣਾ ਤੇ ਉਹਦੇ 'ਚ ਵਾਪਸ ਮੁੜਨਾ ਆਪਾਂ ਨੇ। ਤੇ ਤੁਹਾਡੇ ਵੇਲੇ ਦੀ ਕਬੱਡੀ ਨੂੰ ਤੇ ਹੁਣ ਵੇਲੇ ਦੀ ਕਬੱਡੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਾਫੀ ਜਿਹੜਾ ਬਦਲਾਅ ਹੈ ਉਹ ਹੁਣ ਆ ਚੁੱਕਾ ਕਬੱਡੀ ਦੇ ਵਿੱਚ। ਉਦੋਂ ਕਬੱਡੀ ਬੜੀ ਸੁੱਚੀ ਕਬੱਡੀ ਸੀ, ਕੋਈ ਲਾਲਚ ਨਹੀਂ ਸੀ, ਕੋਈ ਕੁਛ ਨਹੀਂ ਸੀ। ਹੁਣ ਤਾਂ ਮਾਫ ਕਰਨਾ, ਪੈਸੇ ਤੋਂ ਬਿਨਾਂ ਕਿਤੇ ਕੋਈ ਟੂਰਨਾਮੈਂਟ ਨਹੀਂ ਹੁੰਦਾ, ਤੇ ਸਾਰਾ ਮਤਲਬ ਲਾਲਚ ਜ਼ਿਆਦਾ ਆ ਗਿਆ ਬੱਚਿਆਂ 'ਚ। ਚਲੋ ਇਹ ਵੀ ਕੁਛ ਹੱਦ ਤੱਕ ਚਾਹੀਦਾ ਵੀ ਹੈ, ਪਰ ਥੋੜਾ ਜਿਹਾ ਜੇ ਗੱਲ ਕਰੀਏ ਤਾਂ ਥੋੜਾ ਜਿਹਾ ਜ਼ਿਆਦਾ ਨਹੀਂ। ਜਦੋਂ ਨਾ ਉਹ ਆਪਾਂ ਵੀ ਇੰਨੇ ਤੋਂ ਬਿਨਾਂ ਖੇਡਣਾ ਨਹੀਂ ਸੀ, ਉਹ ਗੱਲ ਮਾੜੀ ਹੈ। ਜਿੰਨਾ ਕੋਈ ਦਿੰਦਾ ਹੈ ਉਹਨਾਂ ਲੈ ਲਓ ਬਸ। ਕੋਈ ਵੀ ਆਪਾਂ ਕਿਸੇ ਵੀ ਟੂਰਨਾਮੈਂਟ ਦੇ ਸਾਰੇ ਜਿੰਨੇ ਵੀ ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਪੂਰੇ ਤੋਂ ਪੂਰਾ ਜ਼ੋਰ ਲਾਉਂਦੀਆਂ ਨੇ। ਪਰ ਮੈਂ ਕਈ ਥਾਂ ਤੇ ਦੇਖਿਆ ਜਿੱਥੇ ਸਾਡੇ ਪਲੇਅਰ ਅੜ ਜਾਂਦੇ ਸੀ ਵੀ ਅਸੀਂ ਤਾਂ ਇੰਨੇ ਲੈਣੇ, ਪਰ ਇਹ ਗੱਲ ਨਹੀਂ ਚਾਹੀਦੀ ਪਲੇਅਰ ਦੇ ਵਿੱਚ। ਜੋ ਲੋਕਾਂ ਨੇ ਦੇਤਾ ਉਹਨੂੰ ਮਤਲਬ ਕਬੂਲ ਕਰੋ। ਤੇ ਮਾਨ ਸਨਮਾਨ ਤੁਹਾਡੇ ਕਿੰਨੇ ਕੁ ਹੋਏ? ਮਾਨ ਸਨਮਾਨ ਜੀ ਦੇਖੋ, ਇੰਡੀਆ 'ਚੋਂ ਗੋਲਡ ਮਿਲ ਗਿਆ ਜੀ, ਯੂਨੀਵਰਸਿਟੀ ਨੇ ਸਨਮਾਨਿਤ ਕੀਤਾ। ਗਿਆਨੀ ਜੈ ਸਿੰਘ ਨਾਲ ਸਾਡਾ ਖਾਣਾ ਹੋਇਆ ਜੀ ਯੂਨੀਵਰਸਿਟੀ ਦੇ ਵਿੱਚ। ਵਾਹ ਜੀ ਵਾਹ। ਤੇ ਉਹ ਅਸੀਂ 15-20 ਬੰਦੇ ਸੀ ਜਿਹੜੇ ਮਤਲਬ ਐਥਲੈਟਸ ਦੇ ਸੀਗੇ, ਤੇ ਮੈਂ ਤਾਂ ਆਲਰਾਊਂਡਰ ਸੀ, ਕਬੱਡੀ ਸੀ, ਵੇਟ ਲਿਫਟ 'ਚ ਫਸਟ ਸੀਗਾ। ਤੇ ਉਹ ਜਿਹੜਾ ਇੱਕ ਪ੍ਰੋਗਰਾਮ ਹੁੰਦਾ ਹੈ ਯੂਨੀਵਰਸਿਟੀ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚੋਂ ਗਿਆਨੀ ਜੈ ਸਿੰਘ ਸਾਡੇ ਮੁੱਖ ਮੰਤਰੀ ਸੀਗੇ, ਤੇ ਉਹਨਾਂ ਨਾਲ ਸਾਡਾ ਖਾਣਾ ਹੋਇਆ ਸਾਰਾ, ਤੇ ਸਾਨੂੰ ਗੋਲਡ ਮੈਡਲ ਦੇ ਕੇ ਉਹਨਾਂ ਨੇ ਸਨਮਾਨਿਤ। ਕਿਹੜੇ ਸਾਲ ਦੀ ਗੱਲ ਹੈ ਇਹ ਸਨ 74 ਦੀ ਹੈ। ਵਾਹ ਜੀ ਵਾਹ। ਜਦੋਂ ਮੈਂ ਆਲ ਇੰਡੀਆ ਇੰਟਰਵਿਊ 'ਚ ਫਸਟ ਆਏਗਾ, ਔਰ ਮੈਂ ਪੰਜਾਬੀ ਯੂਨਿਟ ਤੱਕ ਕੈਪਟਨ ਵੀ ਸੀਗਾ ਜੀ, ਤੇ ਫਸਟ ਵੀ ਆਇਆ ਔਰ ਕੈਪਟਨ ਵੀ ਸੀਗਾ ਜੀ। ਤੇ ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਇਲਾਕੇ ਦੇ ਟੂਰਨਾਮੈਂਟ ਤੇ ਜਾਂ ਜਿੱਥੇ ਤੁਸੀਂ ਖੇਡਦੇ ਸੀ, ਤਾਂ ਉੱਥੋਂ ਦੇ ਮਾਨਾਂ ਸਨਮਾਨਾਂ ਦੀ ਗੱਲ ਕਰੀਏ, ਕਿੰਨੇ ਹੋਏ ਹੋਣਗੇ? ਇਹ ਰਤੀਏ ਵੀ ਬੜਾ ਮਾਨ ਸਨਮਾਨ ਆਹੀ ਹੁੰਦਾ ਸੀ। ਮੈਂ ਤੁਹਾਨੂੰ ਦੱਸਿਆ ਜੀ, ਕੱਛੇ ਬਣਾਉਣਾ, ਟਰੈਕ ਸੂਟ, ਟੈਚੀ ਦੇ ਦੇਣਾ, ਵੱਧ ਤੋਂ ਵੱਧ ਕਿਸੇ ਨੇ ਇਹੋ ਜਿਹਾ ਕੁਛ ਹੀ ਹੁੰਦਾ ਸੀਗਾ ਜੀ। ਬਾਕੀ ਲੋਕਾਂ ਦਾ ਪਿਆਰ ਸਤਿਕਾਰ ਮਿਲਣਾ, ਇਹ ਸਭ ਤੋਂ ਵੱਡਾ ਮਾਨ ਹੈ, ਮਾਨ ਸਨਮਾਨ। ਬਿਲਕੁਲ। ਸੋ ਬਾਕੀ ਦੇ ਮਾਨਾਂ ਸਨਮਾਨਾਂ ਤੋਂ ਇਲਾਵਾ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਵੀ ਤੁਹਾਡੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਕੋਈ ਮਾਨ ਸਨਮਾਨ ਹੋਇਆ? ਹਾਂਜੀ, ਮਾਨ ਸਨਮਾਨ ਬੜਾ ਹੋਇਆ ਜੀ। ਰਿਟਾਇਰਮੈਂਟ ਦੇ ਉੱਤੇ ਪੁਰਾਣੇ ਸਟੂਡੈਂਟਾਂ ਨੇ ਮੈਨੂੰ ਮੋਟਰਸਾਈਕਲ ਦਿੱਤਾ ਹੈ, ਤੇ ਮੌਕੇ ਤੇ ਜਿਹੜੇ ਸਟੂਡੈਂਟ ਪੜ੍ਹਦੇ ਸੀਗੇ 2 ਕਲਾਸਾਂ ਸੀ, ਉਹਨਾਂ ਨੇ ਮੈਨੂੰ ਇੱਕ ਕੜਾ ਪਾਇਆ। ਉੱਥੋਂ ਦੇ ਸਟਾਫ ਨੇ ਮੁੰਦਰੀ ਪਾਈ ਆ, ਤੇ ਬਾਕੀ ਦੂਜੀਆਂ ਐਸੋਸੀਏਸ਼ਨਾਂ ਨੇ ਮੈਨੂੰ 5-6 ਛਾਪਾਂ ਪਾਈਆਂ ਨੇਗੀਆਂ। ਮਤਲਬ ਕਹਿਣ ਤੋਂ 8-9 ਤੋਲੇ ਤਾਂ ਮੈਨੂੰ ਸੋਨਾ ਸੀ, ਇੱਕ ਮੋਟਰਸਾਈਕਲ ਤੇ ਲੱਖ ਰੁਪਏ ਦੀ ਜਿਹੜੇ ਆਏ ਗਏ ਉੱਥੋਂ ਮਹਿਮਾਨ ਸੀ, ਉਹਨਾਂ ਨੂੰ ਉਹ ਬੱਚਿਆਂ ਨੇ ਚਾਹ ਪਾਣੀ ਪਿਆ। ਇਸ ਤੋਂ ਬਾਅਦ ਸਨਮਾਨ ਬਸ। ਜੀ, ਸਭ ਤੋਂ ਵੱਡਾ ਮਾਨ ਸਨਮਾਨ ਜਿਹੜਾ ਇਹੀ ਸੀਗਾ, ਇਹਨੂੰ ਸਮਝਦੇ। ਤੇ ਤੁਹਾਡੀ ਰਿਟਾਇਰਮੈਂਟ ਹੋਈ ਕਦੋਂ ਸੀ? ਇਹ 2011 'ਚ ਹੋਈ ਹੈ। ਸੋ ਆਪਾਂ ਗੱਲ ਕਰੀਏ ਤੁਹਾਡੇ ਸਮਕਾਲੀ ਖਿਡਾਰੀਆਂ ਦੀ, ਉਹ ਕਿਹੜੇ ਸੀ ਤੁਹਾਡੇ? ਸਭ ਤੋਂ ਪਹਿਲਾਂ ਇੱਥੇ ਰੁਲਦੂ ਖਾਨ ਸੀਗਾ ਜੀ, ਅਜੈਬ ਸਿੰਘ ਬੱਛੋਂ ਵਾਲਾ, ਗੁਰਦੇਵ ਮਾਨ ਸੀਗਾ, ਹਰਬੰਸ ਸਿੰਘ ਗਰੇਵਾਲ, ਲੁਧਿਆਣੇ ਤੋਂ ਗੁਰਦੀਪ ਸਿੰਘ ਭਾਊ ਜਿਹੜੇ ਕਿ ਸਾਡੇ ਬੜੇ ਵਧੀਆ ਦੋਸਤ, ਬਹਾਲ ਸਿੰਘ, ਇਹ ਸਾਰੇ ਮਤਲਬ ਉਹਨਾਂ ਦਿਨਾਂ ਦੇ ਵਿੱਚ ਟੌਪ ਦੇ ਖਿਡਾਰੀ ਸੀ। ਫਿਜ਼ੀਕਲ ਕਾਲਜ 'ਚ ਪੜ੍ਹਦੇ ਸੀ, ਕੋਈ ਉਰਾ ਪਰਾਂ ਸੀ। ਗੁਰਦੀਪ ਸਾਡੇ ਸੀਨੀਅਰ ਸੀਗਾ ਜੀ, ਗੁਰਦੀਪ ਸਿੰਘ ਭਾਊ ਆਪਣਾ ਬਠਿੰਡੇ ਤੋਂ। ਉਹ ਆਲਰਾਊਂਡਰ ਸੀਗਾ, ਉਹ ਵੀ ਮਤਲਬ ਕਬੱਡੀ ਵੀ ਖੇਡਦਾ ਸੀਗਾ, ਬਾਕਸਿੰਗ ਵੀ ਕਰਦਾ ਸੀਗਾ, ਤੇ ਰੈਸਲਿੰਗ ਵੀ ਕੀਤੀ ਉਹਨੇ। ਤੇ ਮੇਰੇ ਨਾਲ ਉਹ ਇੰਟਰਯੂਨਿਵਰਸਿਟੀ ਕਾਲੀਕਟ ਐਥਲੈਟਸ ਦੇ ਵਿੱਚ ਵੀ ਗਿਆ, ਸ਼ਾਟਪੁੱਟ ਵੀ ਕਰਦਾ ਸੀ, ਆਲਰਾਊਂਡਰ ਸੀ ਉਹ ਵੀ ਬੰਦਾ। ਵਾਹ ਜੀ ਵਾਹ। ਸੋ ਇਹ ਆ ਗਏ ਆਪਣੇ ਮਾਲਵਾ ਖਿੱਤੇ ਦੇ ਜੀ। ਉਧਰੋਂ ਦੁਆਬੇ ਦੀ ਜਾਂ ਮਾਝੇ ਦੀ ਗੱਲ ਕਰੀਏ ਤਾਂ ਉਧਰੋਂ ਕਿਹੜੇ ਖਿਡਾਰੀ ਤੁਹਾਡੇ ਨਾਲ ਖੇਡੇ? ਉਦੋਂ ਪਰਮਜੀਤ ਹੁੰਦਾ ਸੀ ਮੁੰਡਾ, ਹੁਸ਼ਿਆਰਪੁਰ ਜਿਹੜਾ ਬਹੁਤ ਤਗੜਾ ਸੀ। ਕੁਲਦੀਪ ਤੇ ਸ਼ਿੱਦਾ ਹੁੰਦੇ ਸੀਗੇ ਜੀ, ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਗੇ ਜੀ। ਤੇ ਬੰਸਾ ਬੁੱਟਰ ਹੁੰਦਾ ਸੀਗਾ ਜੀ। ਕੇਵਲ ਕੌਡਾ ਕਹਿੰਦੇ ਸੀ ਉਹਨੂੰ, ਨਾਮ ਦਾ ਕੇਵਲ ਸੀਗਾ ਜੀ, ਗੁੱਜਰਾਲ ਦਾ। ਜੀ, ਇਹ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਮਸ਼ਹੂਰ ਹੁੰਦੇ। ਇਹਨਾਂ ਨਾਲ ਸਾਡੇ ਮੈਚ ਅੱਗੇ ਪਿੱਛੇ ਪੈਂਦੇ ਰਹਿੰਦੇ ਸੀ ਜੀ। ਤੇ ਤੁਸੀਂ ਕਿੰਨਾਂ ਦੀ ਖੇਡ ਤੋਂ ਪ੍ਰਭਾਵਿਤ ਸੀ ਜ਼ਿਆਦਾ? ਮੈਂ ਇੱਥੋਂ ਦਾ ਪ੍ਰਭਾਵਿਤ ਆਪਣਾ ਰੁਲਦੂ ਖਾਨ ਜੀ, ਮੇਰੇ ਮੈਂ ਉਹਨੂੰ ਗੁਰੂ ਵੀ ਮੰਨਦਾ ਆਪਦਾ। ਤੇ
ਗੁਰਦੇਵ ਬੋੜਾ ਕਲੇਰੀ ਵਾਲਾ, ਗੁਰਦੇਵ ਮਾਨਸਾ ਸੀਗੇ, ਅਸੀਂ ਸਾਰੇ ਇਕੱਠੇ ਸੀਗੇ। ਇਹ ਖੇਡਦੇ ਸੀ, ਮੈਂ ਇਹਨਾਂ ਨੂੰ ਵੇਖ ਕੇ ਖੇਡਣ ਲੱਗੇ ਸਾਰਾ ਜੀ। ਹਾਂਜੀ। ਤੇ ਅੱਜ ਕੱਲ ਮੈਚ ਦੇਖਦੇ ਹੋ ਜੀ ਫਿਰ? ਹਾਂਜੀ, ਮੈਚ ਦੇਖਦਾ। ਕਬੱਡੀ ਸਰਕਸ ਸਟੇਜ ਦੇ ਜਿਹੜੇ ਪਾਕਿਸਤਾਨ ਨਾਲ ਮੈਚ ਹੁੰਦੇ ਬੜੇ ਉਹਨਾਂ ਨੂੰ ਦੇਖਦਾ ਜੀ। ਹੁਣ ਵੀ ਮੁੰਡੇ ਪਾਕਿਸਤਾਨ ਦੇ ਜਿਹੜੇ ਖੇਡਦੇ ਨੇ ਆਪਣੇ ਖੇਡਦੇ ਨੇਗੇ, ਜਿੰਨੇ ਮੁੰਡੇ ਆਪਣੇ ਤਗੜੇ ਉਹਨਾਂ ਨਾਲ ਸਾਰਿਆਂ ਦੇ ਮੈਚ ਦੇਖਦਾ ਰਹਿੰਦਾ ਜੀ। ਤੇ ਹੁਣ ਕਿਹੜੇ ਵਧੀਆ ਲੱਗਦੇ ਆ ਤੁਹਾਨੂੰ ਖਿਡਾਰੀ? ਹੁਣ ਦੋਨੇ ਟੀਮਾਂ ਪਾਕਿਸਤਾਨ ਦੀ ਤੇ ਆਪਣੀ ਟੀਮ ਆ ਜਿਹੜੀਆਂ ਉਹ ਦੋਲੇ ਹੋਣੀ ਜਿਹੜੇ ਮੁੰਡੇ ਖੇਡਦੇ ਨੇਗੇ ਬਹੁਤ ਵਧੀਆ ਖੇਡਦੇ, ਬਹੁਤ ਤਿਆਰੀ ਮੁੰਡੇ, ਬਹੁਤ ਸੋਹਣੇ ਮੁੰਡੇ ਨੇਗੇ ਜੀ, ਔਰ ਬੜੀ ਜਾਨ ਆ ਮੁੰਡਿਆਂ 'ਚ। ਹਾਂਜੀ ਹਾਂਜੀ। ਸੋ ਤੁਸੀਂ ਸਿੱਖਿਆ ਮਹਿਕਮੇ ਦੇ ਵਿੱਚੋਂ ਰਿਟਾਇਰ ਹੋਏ ਹੋ ਬਤੌਰ ਡੀਪੀ। ਹਾਂਜੀ। ਤੇ ਇਹ ਜਿਹੜੀ ਤੁਹਾਨੂੰ ਜੌਬ ਲੱਗੀ ਸੀ, ਇਹ ਸਪੋਰਟਸ ਕੋਟੇ 'ਚੋਂ ਲੱਗੀ ਸੀ? ਹਾਂ, ਇਹ ਮੈਨੂੰ ਜੌਬ ਜਿਹੜੀ ਮਿਲੀ ਹੈ ਸਪੋਰਟਸ ਕੋਟੇ ਦੇ ਵਿੱਚੋਂ ਮਿਲੀ ਹੈ ਜੀ। ਤੇ ਸਭ ਤੋਂ ਪਹਿਲਾਂ ਮੈਂ ਜੁਆਇਨ ਕੀਤਾ ਜੀ ਝਨੀਰ ਜੀ। ਝਨੀਰ ਮੈਂ ਉਹਨਾਂ ਦਿਨਾਂ ਦੇ ਵਿੱਚ ਖੋ ਖੋ ਦਾ ਬੜਾ ਰਿਵਾਜ ਹੁੰਦਾ ਸੀ ਜੀ। ਮੈਂ ਸੀ ਬੰਦਾ ਐਥਲੈਟਸ ਵਾਲਾ। ਹੁਣ ਜਿਹਨੂੰ ਮੈਂ ਠਾਇਆ ਕਰਾਂ ਕਿਹੜੇ ਬੱਚੇ ਮੈਂ ਤਿਆਰ ਕਰਾਂ, ਉਹ ਕਹਿ ਗਿਆ ਸੀ ਖੋ ਖੋ ਖੇਡਣੀ ਆ, ਮੈਂ ਕਿਹਾ ਐਥਲੈਟਸ ਕਰਾਉਣੀ। ਬੜਾ ਉੱਥੇ ਚੱਕਰ 'ਚ ਪਿਆ। ਖੋ ਖੋ ਦਾ ਮੈਨੂੰ ਕੁਝ ਨਹੀਂ ਸੀ ਆਉਂਦਾ, ਐਥਲੈਟਸ ਦਾ ਉਹਦਾ ਨੂੰ ਕੁਝ ਨਹੀਂ ਸੀ ਆਉਂਦਾ। ਚਲੋ ਮੈਂ ਆਪਦਾ ਮਨ ਬਣਾਇਆ ਵੀ ਜੇ ਬੰਦੇ ਦਾ ਮਨ ਬਣਾਵੇ ਤਾਂ ਬਣ ਜੇ ਤਾਂ ਉਹ ਸਾਰਾ ਕੁਝ ਕਰ ਸਕਦਾ ਹੈ। ਉਹ ਜਿੱਥੇ ਜਿੱਥੇ ਵੀ ਖੋ ਖੋ ਦੀਆਂ ਟੀਮਾਂ ਸੀਗੀਆਂ ਉੱਥੋਂ ਮੈਂ ਆਪਦੀ ਟੀਮ ਨੂੰ ਲੈਣਾ, ਮੈਂ ਸਾਰਿਆਂ ਨਾਲ ਮੈਚ ਸ਼ੁਰੂ ਕਰਾਤੇ। ਅਸੀਂ ਉਹਨਾਂ ਨਾਲ ਇੱਕ ਪੀਟਰ ਹੁੰਦੇ ਸੀਗੇ, ਇੱਕ ਪੀਟਰ ਕਿਰਾਏ 'ਤੇ ਲੈ ਲਿਆ। ਇੱਥੇ ਸਰਦਾਰ ਜਗਜੀਤ ਸਿੰਘ ਆਪਣੇ ਪ੍ਰਿੰਸੀਪਲ ਰਿਟਾਇਰ ਹੋਏ ਗੁਰਨਿਆਂ ਤੋਂ, ਉਹ ਫਾਫੜੇ ਵੀ ਰਹੇ ਨੇਗੇ ਤੇ ਅਕਾਲੀ ਵੀ ਰਹੇ ਨੇਗੇ। ਇਹਨਾਂ ਸਕੂਲਾਂ ਦੀਆਂ ਟੀਮਾਂ ਬੜੀਆਂ ਤਗੜੀਆਂ ਸੀ। ਦਾਤੇਬਾਦ ਦੀ ਤਗੜੀ ਸੀ, ਡਸਕੇ ਦੀ ਬੜੀ ਤਗੜੀ ਸੀ, ਤਲਵੰਡੀ ਸਾਬੋ ਦੀ ਬੜੀ ਤਗੜੀ ਸੀ। ਅਸੀਂ ਉਹ ਪੀਟਰ ਲੈ ਲਿਆ ਜੀ ਕਿਰਾਏ 'ਤੇ। ਉਹ ਥੋੜ੍ਹੇ ਜਿਹੇ ਪੈਸਿਆਂ ਨਾਲ ਵਿਚਾਰੇ ਚੱਲ ਪੈਂਦੇ ਸੀਗੇ। ਅਸੀਂ ਫਿਰ ਗੇੜਾ ਦਿੱਤਾ ਤੇ 7-7 ਦਿਨ ਅਸੀਂ ਘਰੇ ਨਹੀਂ ਸੀ ਵੜਦੇ ਹੁੰਦੇ। ਜਿੱਥੇ ਅਸੀਂ ਇੱਕ ਵੀ ਪੁਆਇੰਟ ਨਹੀਂ ਸਾਡਾ ਹੁੰਦਾ ਸੀਗਾ ਫਾਫੜਿਆਂ ਤੋਂ ਜਾਂ ਅਕਾਲੀ ਤੋਂ, ਅਸੀਂ ਇਹ ਸਾਰੀਆਂ ਟੀਮਾਂ ਬਾਅਦ 'ਚ ਹਰਾਈਆਂ। ਇਹ ਟੀਮਾਂ ਜ਼ਿਲ੍ਹਾ ਜਿੱਤ ਗਿਆ ਸੀ, ਮੁੜ ਕੇ ਅਸੀਂ ਪੰਜਾਬ ਜਿੱਤਿਆ। ਜਿਹਦਾ ਕਿ ਮੈਨੂੰ ਊੜਾ ਆੜਾ ਵੀ ਨਹੀਂ ਸੀ ਆਉਂਦਾ ਖੋ ਖੋ ਦਾ, ਉਹਦਾ ਮੈਂ ਚੈਂਪੀਅਨ ਬਣਿਆ ਪੰਜਾਬ ਦਾ ਜੀ। ਜੀ, ਮਤਲਬ ਤੁਹਾਡੀ ਬਦੌਲਤ? ਮੇਰੀ ਬਦੌਲਤ ਮੇਰੀ ਟੀਮ ਬਣੀ ਜੀ। ਜੀ ਜੀ, ਵਾਹ ਜੀ ਵਾਹ। ਤੇ ਰਿਟਾਇਰਮੈਂਟ ਕਦੋਂ ਹੋਈ ਹੈ ਤੁਹਾਡੀ? ਰਿਟਾਇਰ ਹੋਇਆ ਜੀ ਮੈਂ 11 ਦੇ ਵਿੱਚ ਜੀ। ਤੇ ਮੈਂ 15 ਸਾਲ ਨੌਕਰੀ ਕੀਤੀ ਹੈ ਡਾਈਟ ਦੇ ਵਿੱਚ। ਡਾਈਟ ਦੇ ਵਿੱਚ ਵੀ ਮੇਰੀਆਂ ਬੜੀਆਂ ਪ੍ਰਾਪਤੀਆਂ ਰਹੀਆਂ। ਸਾਡੇ 2 ਟੂਰਨਾਮੈਂਟ ਹੋਏ ਮੇਰੇ ਹੁੰਦੇ, ਦੋਨੇ ਟੂਰਨਾਮੈਂਟ ਅਸੀਂ ਜਿੱਤੇ। ਪਹਿਲਾ ਸਾਡਾ ਟੂਰਨਾਮੈਂਟ ਅਸੀਂ ਰੋਪੜ, ਉੱਥੇ ਸਾਡੀ ਵਾਲੀਬਾਲ ਦੀ ਟੀਮ ਜਿੱਤੀ। ਉਹਦੇ ਵਿੱਚ ਮੇਰੇ ਕੋਲੇ ਬਹੁਤ ਤਗੜੇ ਮੁੰਡੇ ਸੀ। ਭਿੰਦਰ ਸੀਗਾ ਮਾਨਸਾ ਤੋਂ, ਤੋਤੀ ਸੀ ਇੱਕ ਮਾਨਸਾ ਤੋਂ, ਬੱਬੀ ਸੀਗਾ। ਹੁਣ ਸਾਡੇ ਪ੍ਰਿੰਸੀਪਲ ਸਾਹਿਬ ਨੇ ਆਪਾਂ ਇੱਥੇ ਡਾਈਟ ਦੇ ਵਿੱਚ ਬੂਟਾ ਸਿੰਘ ਨੇਗੇ ਤੇ ਹੋਰ ਵੀ ਮੁੰਡੇ ਸੀਗੇ ਕਈ। 2 ਬ੍ਰਦਰ ਸੀ ਆਪਣਾ, ਬਰਾੜ, ਖੁਸ਼ਵਿੰਦਰ ਬਰਾੜ ਤੇ ਅਵਤਾਰ ਬਰਾੜ। ਇਹ ਬਹੁਤ ਤਗੜੇ ਮੁੰਡੇ ਸੀਗੇ ਮੇਰੇ ਕੋਲੇ ਤੇ ਇਹਨਾਂ ਨੂੰ ਮੈਂ ਪੂਰੀ ਪ੍ਰੈਕਟਿਸ ਕਰਾਈ ਤੇ ਅਸੀਂ ਪੰਜਾਬ ਜਿੱਤਿਆ ਜੀ। ਉਸ ਤੋਂ ਅਗਲੇ ਸਾਲ ਹੋਈ ਸੰਗਰੂਰ, ਉੱਥੇ ਤਾਂ ਅਸੀਂ ਇਕੱਲੀ ਵਾਲੀਬਾਲ ਜਿੱਤੀ ਸੀਗੀ। ਅਸੀਂ ਪ੍ਰੈਕਟਿਸ ਹੋਰ ਵਧਾਤੀ। ਇਹ ਮੁੰਡੇ 2-2 ਸਾਲਾਂ ਦਾ ਇਹਨਾਂ ਦਾ ਕੋਰਸ ਸੀਗਾ। ਇਹ ਮੁੰਡੇ ਵੀ ਅਸੀਂ ਪਹਿਲਾਂ ਹੋਰ ਮੁੰਡੇ ਮੇਰੇ ਕੋਲੇ ਆ ਗਏ, ਨਵੇਂ ਸਪੋਰਟਸ ਕੋਟੇ 'ਚੋਂ ਆ ਗਏ, ਉਹ ਵੀ ਵਾਲੀਬਾਲ ਦੇ ਆ ਗਏ ਕੁਦਰਤੀ। ਅਸੀਂ ਫਿਰ ਵਾਲੀਬਾਲ 'ਚੋਂ ਤਾਂ ਸੈਕਿੰਡ ਆਏ ਤੇ ਪਲੱਸ ਅਸੀਂ ਜਿਹੜੀ ਐਥਲੈਟਿਕਸ ਮੇਰੀ ਆਪਦੀ ਗੇਮ ਸੀ ਉਹਦੀ ਅਸੀਂ ਤਿਆਰੀ ਕਰਾਈ ਤੇ ਉਹਦੇ ਵਿੱਚੋਂ ਅਸੀਂ ਜਨਰਲ ਚੈਂਪੀਅਨਸ਼ਿਪ ਅਸੀਂ ਜਿੱਤੀ ਸੰਗਰੂਰ ਤੋਂ। ਕਦੋਂ ਜੀ? ਇਹ ਜਿੱਤੀ ਅਸੀਂ ਜੀ ਸਨ 2004-05 ਦੇ ਵਿੱਚ ਜਿੱਤੀ ਅਸੀਂ ਜੀ। ਹਾਂਜੀ। ਤੇ ਕਬੱਡੀ ਤੁਸੀਂ ਛੱਡੀ ਕਦੋਂ ਸੀ ਤੇ ਕਿਉਂ ਛੱਡੀ? ਕਬੱਡੀ ਛੱਡਣ ਦਾ ਤਾਂ ਬਸ ਜਦੋਂ ਮੇਰੀ ਲੱਤ ਟੁੱਟੀ ਜੀ ਉਦੋਂ ਬਾਅਦ ਮੈਂ ਨਹੀਂ ਖੇਡਿਆ ਜੀ। ਇਹ ਇੱਥੇ ਆਪਣੇ ਟੂਰਨਾਮੈਂਟ ਸੀ ਦਰੇਵੀ ਜੀ। ਮੇਰੇ ਵਿਰੋਧੀ ਟੀਮਾਂ ਹੁੰਦੀਆਂ ਸਾਰੀਆਂ ਜੀ। ਉਸ ਦਿਨ ਐਸਾ ਹੋਇਆ ਜੀ, ਮਤਲਬ ਸਵੇਰ 10 ਵਜੇ ਮੈਚ ਹੋਣਾ ਸੀਗਾ। ਉਹ ਟੀਮ ਆਈ ਨਾ, ਕਿਸੇ ਨੇ ਲੁਧਿਆਣੇ ਤੋਂ ਆਉਣਾ ਸੀ, ਕਿਸੇ ਨੇ ਕਿਤੋਂ ਆਉਣਾ ਸੀ, ਕਿਸੇ ਨੇ ਮੰਡੀਆਂ ਤੋਂ ਆਉਣਾ ਸੀ, ਸਾਰੇ ਮਤਲਬ ਆਪਣੇ ਵਿਰੋਧੀ ਆਉਣੇ ਸੀਗੇ। ਤੇ ਸਾਨੂੰ ਵੀ ਐ ਸੀ ਵੀ ਚਲੋ ਵੀ ਤਗੜਾ ਮੈਚ ਆ ਵੀ ਖੇਡਾਂਗੇ। ਅਸੀਂ ਵਾਰਮਅਪ ਹੋਏ, ਟੀਮ ਨਾ ਆਈ। ਫਿਰ ਕਹਿਦਾ ਕਾਰਨ ਵੀ ਉਹ ਘੰਟੇ 'ਚ ਆ ਜੀ, ਅੱਧੇ ਘੰਟੇ 'ਚ ਆ ਗਈ, ਉਹ ਟੀਮ ਨਹੀਂ ਆਈ। ਉਹ ਟੀਮ ਅਸੀਂ 3 ਵਾਰੀ ਵਾਰਮਅਪ ਹੋਏ, ਉਹ ਟੀਮ ਆਈ ਸ਼ਾਮ ਨੂੰ 5 ਵਜੇ। ਅਸੀਂ 3 ਵਾਰੀ ਵਾਰਮਅਪ ਹੋ ਕੇ ਥੱਕ ਗਏ ਤੇ ਉਹ ਜਦੋਂ ਆਏ ਅਸੀਂ ਦੂਜੀ ਰੇਡ ਪਾਈ, ਮੈਂ ਦੂਜੀ 'ਚ ਮੇਰੀ ਲੱਤ ਟੁੱਟ ਗਈ। ਉਸ ਤੋਂ ਬਾਅਦ ਮੈਂ ਕਬੱਡੀ ਨਹੀਂ ਖੇਡਿਆ ਹੈਗਾ। ਉਦੋਂ ਬਲਕਿ ਉਸ ਤੋਂ ਬਾਅਦ ਤਾਂ ਫਿਰ ਕਬੱਡੀ ਛੱਡਣੀ ਪਈ? ਹਾਂਜੀ, ਫਿਰ ਮੇਰਾ ਸਾਰਾ ਕੁਝ ਸਲੈਟਸ ਵੀ ਛੱਡੀ ਗਈ, ਸਾਰਾ ਕੁਝ ਛੱਡਿਆ ਗਿਆ ਜੀ। ਸੋ ਤੁਸੀਂ ਆਪਣੀਆਂ ਪ੍ਰਾਪਤੀਆਂ ਦੱਸੀਆਂ ਵੀ ਖੋ ਖੋ ਬਾਰੇ ਤੁਹਾਨੂੰ ਪਤਾ ਨਹੀਂ ਸੀ, ਪਰ ਉਹਦੇ ਵਿੱਚ ਵੀ ਤੁਸੀਂ ਆਪਣੇ ਬੱਚਿਆਂ ਨੂੰ ਮਤਲਬ ਕੁਛ ਨਾ ਕੁਛ ਜਿਤਾਇਆ। ਹਾਂਜੀ। ਤੇ ਐਥਲੈਟਿਕਸ ਦੇ ਵਿੱਚ ਵੀ। ਹਾਂਜੀ। ਤੇ ਹੁਣ ਗੱਲ ਕਰੀਏ ਕਬੱਡੀ ਦੀ, ਫਿਰ ਕਬੱਡੀ ਦੇ ਵਿੱਚ ਤੁਸੀਂ ਕਿੰਨੇ ਕੁ ਖਿਡਾਰੀ ਤਿਆਰ ਕੀਤੇ, ਕੋਚਿੰਗ ਵਗੈਰਾ ਦਿੱਤੀ ਹੈ? ਹਾਂਜੀ, ਕਬੱਡੀ 'ਚ ਮੈਂ ਕੋਚਿੰਗ ਦਿੱਤੀ। ਮੇਰੇ ਕੋਲੇ ਗੰਡੂ ਕਲਾਂ ਦੇ ਆਪਣਾ ਮੁੰਡਾ ਸੀ ਬਹੁਤ ਤਗੜਾ ਗਾਮੀ ਵਾਲੇ ਦਾ, ਇੱਕ ਹਰੀ ਮੁੰਡਾ ਸੀ ਆਪਣਾ ਗਾਮੀ ਵਾਲੇ ਤੋਂ, ਬਹੁਤ ਤਗੜੇ ਸੀਗੇ। ਬਾਕੀ ਮੇਰੇ ਕੋਲੇ ਅੱਡ ਸਕੂਲਾਂ ਦੇ ਸਾਰਿਆਂ ਦੇ ਇੱਥੇ ਕੈਂਪ ਲੱਗਦੇ ਰਹਿੰਦੇ ਸੀ, ਉਹਨਾਂ ਨੂੰ ਮੈਂ ਕੋਚਿੰਗ ਦਿੰਦਾ ਰਿਹਾ। ਜ਼ਿਲ੍ਹੇ ਪੱਧਰ ਦੀ ਮੈਂ ਉਹਨਾਂ ਨੂੰ ਕੋਚਿੰਗ ਦਿੰਦਾ ਰਿਹਾ ਔਰ ਮੁੰਡੇ ਪੰਜਾਬ ਖੇਡ ਕੇ ਨੈਸ਼ਨਲ ਖੇਡ ਕੇ ਆਏ ਨੇ। ਹਾਂਜੀ ਜੀ। ਤੇ ਤੁਹਾਨੂੰ ਸਹਿਯੋਗ ਜੇ ਗੱਲ ਕਰੀਏ ਸ਼ੁਰੂ ਤੋਂ ਹੀ ਤਾਂ ਕਿੰਨਾ ਦਾ ਰਿਹਾ?
ਸਭ ਤੋਂ ਵੱਧ ਸਹਿਯੋਗ ਮੈਨੂੰ ਦਿੱਤਾ ਜੀ ਸਾਡੇ ਟੀਚਰਾਂ ਨੇ ਜੀ। ਇੱਥੇ ਸਾਡੇ ਜੀ ਸਰਦਾਰ ਜਸਵੰਤ ਸਿੰਘ ਕਲਾਣਾ ਇਸ ਟਾਈਮ ਐਡਵੋਕੇਟ ਨੇ ਉੱਥੇ ਪਟਿਆਲੇ, ਤੇ ਵੇਦ ਪ੍ਰਕਾਸ਼ ਜੀ NDS, ਤੇ ਰੁਲਦੂ ਖਾਨ ਮੇਰਾ ਸੀਨੀਅਰ, ਇਹ ਤਿੰਨਾਂ ਨੇ ਮੈਨੂੰ ਬੜਾ ਗਾਈਡ ਕੀਤਾ। ਇਹ ਮੈਨੂੰ ਦੱਸਦੇ ਨੇ, ਘਰੋਂ ਮੈਨੂੰ ਇੰਨਾ ਨਹੀਂ ਸੀ ਦੱਸਦੇ ਹੁੰਦੇ। ਠੀਕ ਆ, ਮੈਨੂੰ ਪੈਸਾ ਮਿਲ ਜਾਂਦਾ ਸੀ, ਜ਼ਮੀਨ ਜਾਇਦਾਦ ਖੁੱਲੀ ਸੀ, ਹੋਰ ਕੋਈ ਪ੍ਰੋਬਲਮ ਸੀ, ਪਰ ਅਨਪੜ੍ਹ ਹੋਣ ਦੇ ਕਰਕੇ ਖੇਤੀਬਾੜੀ ਕਰਦੇ ਸੀਗੇ, ਉਹ ਇੰਨਾ ਗਾਈਡ ਨਹੀਂ ਸੀ ਕਰਦੇ ਜਿੰਨਾ ਇਹਨਾਂ ਨੇ ਮੈਨੂੰ ਗਾਈਡ ਕੀਤਾ, ਤੇ ਮੈਂ ਇਸ ਮੁਕਾਮ ਤੇ ਪਹੁੰਚਿਆ। ਅੱਜ ਵੀ ਉਹਨਾਂ ਦੀ ਮੈਂ ਬਹੁਤ ਇੱਜ਼ਤ ਕਰਦਾ, ਮੇਰੇ ਮਨ 'ਚ ਵਸੇ ਹੋਏ ਨੇ। ਜੀ ਜੀ, ਮਤਲਬ ਉਹਨਾਂ ਦੀ ਬਦੌਲਤ ਤੋਂ, ਉਹਨਾਂ ਦੀ ਬਦੌਲਤ ਹੈ ਮੈਂ ਜੋ ਕੁਝ ਵੀ ਹੈਗੀ। ਹਾਂਜੀ ਹਾਂਜੀ ਜੀ। ਸੋ ਜਿਸ ਤਰ੍ਹਾਂ ਤੁਹਾਡਾ ਜਨਮ ਸੀ ਜਿਹੜਾ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਹੋਇਆ ਹਾਂਜੀ 1953 ਦੇ ਵਿੱਚ, ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਬੁਢਲਾਡਾ ਸ਼ਹਿਰ ਜ਼ਿਲ੍ਹਾ ਮਾਨਸਾ ਦੇ ਵਿੱਚ ਆਉਣ ਦਾ ਜਿਹੜਾ ਇਹ ਕਿਸ ਤਰ੍ਹਾਂ ਸਬਬ ਹੋਇਆ ਤੁਹਾਡਾ? ਅਸਲ 'ਚ ਮੈਂ ਪੜ੍ਹਿਆ ਬੁਢਲਾਡੇ ਸੀ ਜੀ। ਸਰਵਿਸ ਵੀ ਮੈਂ ਪੰਜਾਬ 'ਚ ਹੀ ਕੀਤੀ, ਤੇ ਪਿੰਡ ਮੇਰਾ ਹਰਿਆਣੇ ਸੀਗਾ। ਕਿਹੜਾ ਪਿੰਡ ਹੈ? ਨੰਗਲ ਜੀ ਜੀ। ਬਾਰਡਰ ਦੇ ਉੱਤੇ ਹੀ ਹੈਗਾ। ਹਾਂਜੀ, ਆਪਾਂ ਫਤਿਹਾਬਾਦ ਜ਼ਿਲ੍ਹੇ ਦਾ। ਫਤਿਹਾਬਾਦ ਜ਼ਿਲ੍ਹੇ ਦੇ ਵਿੱਚ ਰਤੀਆ ਤਹਿਸੀਲ ਆਈ, ਤੇ ਉਹ ਮੇਰਾ ਪਿੰਡ ਸੀਗਾ। ਜਦੋਂ ਮੈਂ ਸੋਚਿਆ ਵੀ ਮੈਂ ਸਰਵਿਸ ਇੱਧਰ ਹੀ ਕਰਨੀ ਆ, ਮੇਰੇ ਯਾਰ ਦੋਸਤ ਵੀ ਸਾਰੇ ਇੱਧਰ ਹੀ ਸੀ ਜੀ। ਆ ਜਿਹੜੇ ਬੈਠੇ ਨੇ ਆਪਣੇ ਆਂਢ ਗੁਆਂਢ ਦੇ ਵਿੱਚ, ਮੈਨੇਜਰ ਸਾਹਿਬ ਬੈਠੇ ਸਰਦਾਰ ਕੁਲਵੰਤ ਸਿੰਘ ਜੀ, ਹਾਂਜੀ, ਗੁਰਚਰਨ ਸਿੰਘ ਜੀ ਮਾਨ, ਭੱਠਲ ਗੁਰਚਰਨ ਸਿੰਘ ਭੱਠਲ, ਤੇ ਆਪਣਾ ਹੈਗੇ ਨੇ ਆਪਣਾ ਅਮਰੀਕ ਸਿੰਘ ਨੇ, ਇਹ ਸਾਰੇ ਸਾਡੇ ਪਿੰਡਾਂ ਦੇ ਬੰਦੇ ਨੇ ਜੀ। ਤੇ ਬਾਕੀ ਮੇਰੇ ਹੋਰ ਯਾਰ ਦੋਸਤ ਮੇਜਰ ਸਿੰਘ ਹੈ ਇੱਥੇ, ਤੇ ਗੁਰਜੰਟ ਸਿੰਘ ਹੈਗੇ, ਇਹ ਸਾਰੇ ਮੈਨੂੰ ਪਹਿਲਾਂ ਹੀ ਜਾਣਦੇ ਸੀਗੇ। ਇਹ ਇੱਥੇ ਗਰੁੱਪ ਰਹਿੰਦਾ ਸੀਗਾ। ਬਾਕੀ ਇੱਥੇ ਆਪਣਾ ਕਣਕ ਵਾਲੀ ਆ ਬੰਟੂ ਆ, ਉਹਨਾਂ ਦੇ ਪਿਤਾ ਨਾਲ ਮੇਰੀ ਬੜੀ ਲਿਆ ਸੀ, ਉਹਨਾਂ ਦਾ ਬੇਟਾ ਵੀ ਐਥਲੈਟਿਕ ਕੋਚ ਆ, ਮੇਰੇ ਕੋਲ ਹੀ ਪ੍ਰੈਕਟਿਸ ਕਰਦਾ ਰਹੇਗਾ। ਇਹ ਸਾਰੇ ਮੇਰੇ ਦੋਸਤ ਸੀਗੇ ਜੀ। ਇਹਨਾਂ ਦੇ ਕਰਕੇ ਫਿਰ ਮੈਂ ਇੱਥੇ ਲੈ ਲਿਆ। ਗੁਰਚਰਨ ਭੱਠਲ ਨੇ ਪਹਿਲਾ ਪਲਾਟ ਲਿਆ ਸੀਗਾ, ਇਹਨਾਂ ਦੀ ਵਜ੍ਹਾ ਕਰਕੇ ਫਿਰ ਇੱਥੇ ਮੈਨੂੰ ਇਹਨਾਂ ਨੇ ਪਲਾਟ ਲੈ ਕੇ, ਤੇ ਇਹਨਾਂ ਨੇ ਮੈਨੂੰ ਇੱਥੇ ਲਿਆਂਦਾ ਜੀ। ਇਹਨਾਂ ਦੀ ਵਜ੍ਹਾ ਕਰ ਹੁਣ ਮੈਂ ਉਸ ਤੋਂ ਬਾਅਦ 5-7 ਦੋਸਤ ਮੈਂ ਆਪਦੇ ਇੱਥੇ ਲਿਆਂਦੇ ਜੀ, ਜਿਸ 'ਚ ਮੈਂ ਆਪਣਾ ਡੋੜ ਫੁੱਲ ਵਾਲੇ ਤੋਂ ਸਰਪੰਚ 73 ਸਿੰਘ, ਸਰਪੰਚ ਸਾਡੇ ਵਧੀਆ ਦੋਸਤ, ਜਿੱਥੇ ਮੈਂ 12 ਸਾਲ ਨੌਕਰੀ ਵੀ ਕਰਕੇ ਆਇਆ, ਗੰਢੂ ਕਲਾਂ ਤੋਂ ਸਰਦਾਰ ਜਗਰਾਜ ਸਿੰਘ ਜੀ, ਬਹੁਤ ਨੇਕ ਇਨਸਾਨ ਨੇਗੇ। ਉਹਨਾਂ ਨੂੰ ਮੈਂ ਇੱਥੇ ਪਲਾਟ ਦਵਾਇਆ। ਉਹਨਾਂ ਦੇ ਕੋਲ ਮੈਂ ਉੱਥੇ 12 ਸਾਲ ਸਰਵਿਸ ਕੀਤੇ, ਤੇ ਹੁਣ ਉਹਨਾਂ ਨੂੰ ਮੈਂ ਪਲਾਟ ਮੈਂ ਆਪਦੀ ਬੈਕ ਸਾਈਡ ਤੇ ਲਿਆ ਕੇ ਜੀ। ਹਾਂਜੀ, ਸਿਆਸੀ ਬੰਦਿਆਂ ਨੇ ਵਧੀਆ ਲਿਆ ਜੀ, ਪਲੇਅਰਾਂ ਤਾਂ ਹੈਗੀ ਆ, ਆਂਢ ਗੁਆਂਢ ਮੇਰਾ ਬੜਾ ਵਧੀਆ ਜੀ। ਮਤਲਬ ਤੁਸੀਂ ਗਰੁੱਪ ਦੇ ਤੌਰ ਤੇ ਇਹ ਕਹਿ ਲਈਏ ਵੀ ਜਿੰਨੇ ਤੁਹਾਡੇ ਮਿੱਤਰ ਮੰਡਲੀ ਸੀ, ਉਹਨਾਂ ਕਰਕੇ ਹੀ ਤੁਸੀਂ ਜੇ ਕਹਿ ਲਈਏ ਤਾਂ ਬੁਢਲਾਡਾ ਸ਼ਹਿਰ ਦੇ ਵਿੱਚ ਵਸੇ। ਹਾਂਜੀ, ਇਹ ਮਹਿੰਦਰ ਪ੍ਰਧਾਨ ਹੋਣਾ ਨਾਲ ਮੇਰਾ ਬੜਾ ਸਹਿਚਾਰ ਸੀਗੇ ਜੀ। 73 ਦਾ ਭਰਾ ਜਿਹੜਾ ਵੱਡਾ ਮਹਿੰਦਰ ਸੀ, ਆਪਣਾ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਨੇ। ਹੁਣ ਉਹਨਾਂ ਦਾ ਬੇਟਾ ਹੈਗਾ ਰਣਜੀਤ ਸਿੰਘ ਜੀ, ਉਹਨਾਂ ਦਾ ਦੂਜਾ ਬੇਟਾ ਉਹ ਕਾਲਜ ਪ੍ਰਿੰਸੀਪਲ ਲੱਗੇ ਹੋਏ ਨੇਗੇ, ਸਰਦਾਰ ਬਲਦੇਵ ਸਿੰਘ, ਉਹ ਵੀ ਮੇਰਾ ਸਟੂਡੈਂਟ ਹੈਗਾ ਜੀ। ਇਹ ਸਾਰਿਆਂ ਦੀ ਵਜ੍ਹਾ ਕਰਕੇ ਸਾਰਿਆਂ ਨਾਲ ਮੇਰਾ ਬੜਾ ਪਿਆਰ ਸੀ। ਅਸੀਂ ਵਿਆਹ ਸ਼ਾਦੀਆਂ ਤੇ ਇੱਕ ਦੂਜੇ ਪਹਿਲਾਂ ਹੀ ਆਉਂਦੇ ਜਾਂਦੇ ਸੀਗੇ। ਤੇ ਪਿੰਡ ਆਉਣੇ ਜਾਂਦੇ ਹੋ ਜੀ ਫਿਰ? ਹਾਂਜੀ, ਪਿੰਡ ਮੈਂ ਵਧੀਆ, ਮੈਂ ਖੇਤੀ ਵੀ ਹੁਣ ਕਰਾਉਣਾ ਜੀ ਆਪਦੀ ਜੀ, ਤੇ ਮੈਂ ਹਫ਼ਤੇ ਬਾਅਦ ਵਗ ਜਾਂਦਾ ਗਾ, ਤੇ ਨਾਲ ਤਾਂ ਮੇਰਾ ਟਾਈਮ ਪਾਸ ਹੁੰਦਾ, ਨਾਲੇ ਮੇਰਾ ਪਿੰਡ ਨਾਲ ਸੰਪਰਕ ਬਣਿਆ ਰਹਿੰਦਾ ਜੀ। ਹਾਂਜੀ ਹਾਂਜੀ। ਸੋ ਤੁਹਾਡਾ ਨਾਂ ਜਿਹੜਾ ਕੁਲਦੀਪ ਸਿੰਘ ਦੇ ਨਾਲ ਬਸਤਰ ਹੈ ਜਿਹੜਾ ਉਹ ਕਿਸ ਤਰ੍ਹਾਂ ਪਿਆ ਤੇ ਕਿਹਨੇ ਪਾਇਆ ਜੀ, ਜਾਂ ਤੁਹਾਡਾ ਕੋਈ ਗੋਤ ਵਗੈਰਾ ਦੀ ਗੱਲ ਕਰੀਏ? ਨਹੀਂ ਜੀ, ਹਰ ਬੰਦੇ ਦੇ ਦੋ ਨਾਂ ਹੁੰਦੇ ਨੇ। ਹਾਂਜੀ, ਇੱਕ ਨਾਂ ਤਾਂ ਜਿਹੜਾ ਹੈਗਾ ਬੰਦੇ ਦਾ ਉਹ ਮਾਂ ਪਿਓ ਰੱਖਦਾ ਜੀ, ਹਾਂਜੀ, ਪਰਿਵਾਰ ਰੱਖਦਾ ਹੈਗਾ, ਹਾਂਜੀ, ਤੇ ਇੱਕ ਨਾਂ ਰੱਖਦਾ ਸਮਾਜ ਜੀ, ਹਾਂਜੀ, ਸਮਾਜ ਰੱਖਦਾ ਉਹਦੀਆਂ ਆਦਤਾਂ ਦੇ ਮੁਤਾਬਕ। ਉਹ ਮੈਂ ਥੋੜਾ ਜਿਹਾ ਬੇਪਰਵਾਹ ਜਿਹਾ ਬੰਦਾ ਸੀਗਾ ਜੀ, ਕੋਈ ਜ਼ਿਆਦਾ ਮੈਂ ਫਿਕਰ ਜਿਹਾ ਨਹੀਂ ਸੀ ਕਰਦਾ, ਇਸ ਕਰਕੇ ਉਹਨਾਂ ਨੇ ਮੇਰਾ ਨਾਂ ਬਸਤਰ ਟਿਕਾਤਾ। ਉਹ ਬਸਤਰ ਹੀ ਐਸਾ ਨਾਂ ਟਿਕਿਆ, ਉਹ ਸਾਰੇ ਮਸ਼ਹੂਰ ਹੋ ਗਿਆ। ਹਰੇਕ ਜਦ ਅਖਬਾਰ 'ਚ ਵੀ ਆਉਣਾ, ਕਿਤੇ ਵੀ ਆਉਣਾ, ਕਿਤੇ ਕੋਈ ਰਿਜ਼ਲਟ ਆਉਣਾ, ਉਹਦੇ ਮਗਰ ਬਸਤਰ ਲੱਗਿਆ ਹੋਣਾ ਜੀ। ਇਸ ਕਰਕੇ ਮੇਰਾ ਨਾਮ ਬਸਤਰ ਪੈ ਗਿਆ। ਬਸਤਰ ਬੇਪਰਵਾਹ? ਹਾਂ, ਬੇਪਰਵਾਹ ਜੀ। ਕੋਈ ਜ਼ਿਆਦਾ ਮੈਂ ਨਹੀਂ ਸੀ ਉਹ ਕਰਦਾ, ਕੋਈ ਨਫਾ ਨੁਕਸਾਨ ਹੋਣ ਦਾ ਕੋਈ ਬੜਾ ਆਪਾਂ ਮਨ 'ਤੇ ਨਹੀਂ ਸੀ ਲਿਆਉਂਦੇ ਹੁੰਦੇ। ਤੇ ਬਾਕੀ ਕਬੱਡੀ ਕੁੱਡੀ ਖੇਡਣ ਲੱਗੇ ਵੀ ਇਹੀ, ਉਹ ਦੂਜੇ ਪਲੇਅਰਾਂ ਦਾ ਕਹਿਣਾ ਯਾਰ ਤੂੰ ਲਾ ਗਿਆ ਫਲਾਣੇ ਦਾ, ਤੂੰ ਲਾ, ਮੈਂ ਕਹਿਣਾ ਮੈਨੂੰ ਦੱਸੋ ਮੈਂ ਕਿਹੜੇ 'ਤੇ ਜਾਵਾਂ। ਜਦੋਂ ਆਪਾਂ ਕਬੱਡੀ ਖੇਡਣ ਲੱਗੇ ਫਿਰ ਸੰਗਲ ਵਾਲੀ ਕੀ ਗੱਲ, ਫਿਰ ਬਚਣਾ ਕੀ ਹੈ, ਕਿੱਥੇ ਕਿੱਥੇ ਬਚਾਂਗੇ। ਬਿਲਕੁਲ, ਇੱਥੇ ਟੂਰਨਾਮੈਂਟ ਅਗਲੇ ਤੇ ਘੇਰ ਲਓ, ਅਗਲਾ ਇਹ ਤਾਂ ਲੇਖਾ ਦੇਣਾ ਹੀ ਪਊ, ਇਹ ਤਾਂ ਦੇਣਾ ਹੀ ਪੈਣਾ। ਜਦੋਂ ਖੇਡਣ ਲੱਗੇ ਫਿਰ ਵੱਜੋ ਅਗਲੇ, ਜਿਹੜਾ ਤਗੜਾ ਉਹ 'ਚ ਜਾਓ ਪਹਿਲਾਂ। ਜੇ ਥੋੜੀ ਤੁਸੀਂ ਨਾ ਚਮਕਾਉਣਾ ਰੱਬਦਾ, ਫਿਰ ਸਭ ਤੋਂ ਤਗੜੇ ਪਹਿਲਾਂ ਤੁਹਾਨੂੰ ਜਾਣਾ ਪੈਣਾ। ਬਿਲਕੁਲ ਜੀ, ਬਿਲਕੁਲ। ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੋਈ ਅੱਜ ਕੱਲ੍ਹ? ਅਸੀਂ 6 ਭਰਾ ਤੇ ਇੱਕ ਸਾਡੀ ਭੈਣ ਆਈ ਜੀ। 3 ਭਰਾ ਸਾਡੀ ਡੈਥ ਹੋ ਚੁੱਕੀ ਜੀ। ਭਤੀਜਾ ਤਾਂ ਸਾਡਾ ਕੋਈ ਨਹੀਂ ਪੜਿਆ ਪੁੜਿਆ, ਤੇ ਬਾਕੀ ਸਾਡੇ ਜਿਹੜੇ ਪੋਤੇ ਨੇਗੇ, ਹੁਣ 3 ਬੇਟੇ ਦਾ ਸਾਡੇ ਜਿਹੜੇ ਪੋਤੇ ਨੇ ਉਹ ਬਾਹਰ ਨੇ ਜੀ। ਇੱਕ ਇੰਗਲੈਂਡ ਆ, ਇੱਕ ਕੈਨੇਡਾ ਹੈ, ਇੱਕ ਆਸਟ੍ਰੇਲੀਆ ਜੀ। 3 ਹੀ ਸਾਡੀਆਂ ਪੋਤੀਆਂ ਸਾਡੀਆਂ ਮਤਲਬ ਜਿਹੜੀਆਂ ਹੈਗੀਆਂ ਨੇ ਉਹ ਬਾਹਰ ਨੇਗੇ ਜੀ। 2 ਇਟਲੀ ਨੇਗੀਆਂ, ਇੱਕ ਆਸਟ੍ਰੇਲੀਆ ਜੀ। ਵੱਡਾ ਭਰਾ ਮੇਰਾ ਸਰਦਾਰ ਕਰਤਾਰ ਸਿੰਘ ਲੰਬਰਦਾਰ ਆ ਪਿੰਡ ਦਾ। ਉਸ ਤੋਂ ਛੋਟੇ ਦੀ ਡੈਥ ਹੋ ਗਈ ਸਰਦਾਰ ਸਿੰਘ, ਉਹਦੇ ਦੋਨੇ ਪੋਤੇ ਜਿਹੜੇ ਬਾਹਰ ਨੇਗੇ। ਉਸ ਤੋਂ ਛੋਟਾ ਗੁਰਮੇਜ ਸਿੰਘ ਆ, ਉਹਦੀ ਪੋਤੀ ਇਟਲੀ ਹੈਗੀ।
ਬਖਸ਼ੀਸ਼ ਸਿੰਘ ਆ, ਉਹਦਾ ਬੇਟਾ ਤੇ ਬੇਟੀ ਦੋਨੇ ਬਾਹਰ ਨੇਗੇ। ਇੱਕ ਕੈਨੇਡਾ ਹੈ, ਉਹਦਾ ਬੇਟਾ ਤੇ ਗੁੜੀਆ ਜਿਹੜੀ ਹੈਗੀ ਆਪਣਾ ਆਸਟ੍ਰੇਲੀਆ ਗਈ। ਉਦੋਂ ਛੋਟਾ ਘਰੇ ਉਦੋਂ ਛੋਟਾ ਮੈਂ ਜੀ, ਉਹ ਮੈਂ ਤੁਹਾਡੇ ਇੱਥੇ ਮਤਲਬ ਬਲਾਡੀਆਂ ਤੇ ਮੈਥੋਂ ਛੋਟਾ ਖੇਤੀ 'ਚ ਆ ਜੀ। ਤੇ ਤੁਹਾਡਾ ਪਰਿਵਾਰ ਗਈ? ਹਾਂ, ਮੇਰਾ ਪਰਿਵਾਰ ਜਿਹੜਾ ਹੈਗਾ ਜੀ, ਮੇਰੇ 2 ਬੇਟੇ 1 ਬੇਟੀ ਹੈ ਜੀ। ਵੱਡਾ ਬੇਟਾ ਮੇਰਾ ਤਰਨਤਾਰਨ ਹੈ ਜੀ, ਉਹ ਡੀਪੀ ਦੀ ਪੋਸਟ ਤੇ ਲੱਗਿਆ। ਨੌ ਸਾਡੀ ਜਿਹੜੀ ਉਹ ਲੈਕਚਰਰ ਫਿਜ਼ੀਕਲ ਐਜੂਕੇਸ਼ਨ ਦੀ। ਇੱਥੇ ਜਿਹੜੀ ਛੋਟੇ ਦੀ ਘਰ ਵਾਲੀ ਮਤਲਬ ਸਾਡੀ ਨੌਂ ਹੈਗੀ, ਉਹ ਮਾਸਟਰ ਗੇਟ ਦੇ ਵਿੱਚ ਹੈਗੀ, ਮਤਲਬ ਟੀਚਰ ਲੱਗੀ ਹੋਈ ਹੈਗੀ। ਤੇ ਬੇਟਾ ਮੇਰਾ ਪ੍ਰਾਈਵੇਟ ਕਾਲਜ ਪੜ੍ਹਾਉਂਦਾ ਹੈ ਤੇ ਮੈਂ ਇਸ ਟਾਈਮ ਰਿਟਾਇਰ ਹਾਂ। ਮੈਂ ਆਪਦਾ ਖੇਤੀ ਕਰਨੀ ਚਾਹੁੰਦਾ ਜੀ। ਤੇ ਤੁਸੀਂ ਫਿਰ ਆਪਣੇ ਬੇਟੇ ਨੂੰ ਨਹੀਂ ਪਾਇਆ ਇੱਧਰਲੇ ਪਾਸੇ, ਕਬੱਡੀ ਵਾਲੇ ਪਾਸੇ ਕਹਿ ਲਈਏ ਜਾਂ ਐਥਲੈਟਿਕਸ ਵਾਲੇ ਪਾਸੇ? ਇਹ ਦੇਖੋ ਜੀ, ਕੁਦਰਤ ਨੇ ਤਾਂ ਕੋਸ਼ਿਸ਼ ਤਾਂ ਬੜੀ ਕੀਤੀ, ਤਗੜੇ ਵੀ ਹੋਏ ਮੁੰਡੇ। ਵੱਡੇ ਬੇਟੇ ਦੀ 3rd ਪੋਜੀਸ਼ਨ ਵੀ ਆਈ ਕਰਾਟਿਆਂ ਦੇ ਵਿੱਚੋਂ ਹੀ, ਪਰ ਉਹ ਗਾਹ ਨਹੀਂ ਮਤਲਬ ਹੋ ਗਈ ਕਿਉਂਕਿ ਜਦੋਂ ਪੜ੍ਹਾਈ ਕਰਦੇ ਆ ਪਰ ਤਾਂ ਮੇਰੀ ਤਾਂ ਇੱਛਾ ਸੀ ਵੀ ਵੱਧ ਤੋਂ ਵੱਧ ਇਹ ਤਗੜੇ ਇੱਧਰ ਹੋਣ, ਪਰ ਉਹ ਨਹੀਂ ਇੱਧਰ ਚੱਲ ਸਕੇ ਜ਼ਿਆਦਾ ਜੀ। ਉਹ ਮਤਲਬ ਪੜ੍ਹਾਈ ਤਾਂ ਉਹਨਾਂ ਨੇ ਸਿਰੇ ਲਾਤੀ, MPEd ਕੀਤੀ, MPhil ਕੀਤੀ ਹੈਗੀ, ਹੁਣ ਸਰਵਿਸ ਤੇ ਨੇ, ਸਰਕਾਰੀ ਸਰਵਿਸ ਨੇ, ਵਧੀਆ ਵੈਲ ਸੈਟਲ ਨੇਗੇ। ਤੇ ਪਰ ਉਹ ਸਪੋਰਟਸ 'ਚ ਨਹੀਂ ਉਹ ਜਾ ਸਕਦੇ। ਮਤਲਬ ਕੁਦਰਤੀ ਹੈ, ਕੁਦਰਤੀ ਹੈ ਜੀ। ਇਹ ਆਪਾਂ ਕਿਸੇ ਦੇ ਜੇ ਕਹੀਏ ਇਹਦਾ ਗੋਡ ਗਿਫਟ ਹੈ ਸਾਰਾ, ਗੋਡ ਗਿਫਟ ਹੈ ਜੀ। ਜੇ ਆਪਾਂ ਕਿਹਦੇ ਫਲਾਣੇ। ਬਾਕੀ ਇਹਦੇ ਵਿੱਚ ਸਪੋਰਟਸ ਦੇ ਵਿੱਚ ਕੋਈ ਗਰੀਬ ਨਹੀਂ, ਕੋਈ ਅਮੀਰ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਧਰਮ ਨਹੀਂ ਕੰਮ ਕਰਦਾ। ਇਹ ਤਾਂ ਜਿਹੜਾ ਬੰਦਾ ਪ੍ਰੈਕਟਿਸ ਕਰ ਗਿਆ ਜੀ, ਉਸੇ ਦਾ ਨਾਂ ਚਮਕਣਾਗਾ। ਮਾੜੇ ਤੋਂ ਮਾੜਾ ਬੰਦਾ ਮੈਨੂੰ ਫੜਾ ਦਿਓ, ਉਹਨੂੰ ਮੈਂ ਪ੍ਰੈਕਟਿਸ ਕਰਾਂਗਾ। ਉਹ ਜਿਹੜਾ ਅਮੀਰ ਤੋਂ ਅਮੀਰ ਬੰਦਾ ਉਹਦੇ ਮੁੰਡੇ ਨਾਲ ਤਗੜਾ ਹੋ ਜਾਊਗਾ ਜੀ। ਇਹ ਪ੍ਰੈਕਟਿਸ ਹੈ ਜੀ। ਹਾਂਜੀ, ਜਿੰਨੀ ਤੁਸੀਂ ਮਿਹਨਤ ਕਰ ਲਓਗੇ। ਮੇਰੇ ਨਾਲ ਜੀ ਸਰਜੀਤ ਓਲੰਪੀਅਨ, ਉਹਨੂੰ ਮੈਂ ਪ੍ਰੈਕਟਿਸ ਕਰਦਾ ਦੇਖਿਆ ਜੀ ਉੱਥੇ ਸਪੋਰਟਸ ਕਾਲਜ ਜਲੰਧਰ ਜੀ। ਸਾਡਾ ਜਿਹੜਾ ਪਹਿਲਾ ਪੀਰੀਅਡ ਸੀ ਉਹ 6:20 ਤੇ ਲੱਗਦਾ ਸੀ ਉੱਥੇ। ਉਹਨੇ 4 ਵਜੇ ਉੱਠ ਕੇ 2 ਘੰਟੇ ਪਹਿਲਾਂ ਪ੍ਰੈਕਟਿਸ ਕਰ ਲਈ ਤੇ ਜਿਹੜਾ 6 ਵਜੇ ਦੁਆਰੇ ਬਲ 6:20 ਤੇ ਪੀਰੀਅਡ ਲੱਗਣਾ ਹੈ, ਮਤਲਬ ਕੋਚਾਂ ਨੇ ਲਾਉਣਾ, ਉਹ ਪ੍ਰੈਕਟਿਸ ਨਾਲ ਕਰਨੀ ਹੈ। ਸ਼ਾਮ ਨੂੰ ਵੀ ਉਹਨੇ ਪਹਿਲਾਂ ਆਉਣਾ ਹੈ ਤੇ ਜਿਹੜੀ ਕੋਚਾਂ ਨੇ ਪ੍ਰੈਕਟਿਸ ਕਰਨੀ ਉਹ ਵੱਖਰੀ ਕਰਨੀ ਹੈ ਜੀ। ਉਹਨੇ ਬੰਦੇ ਨੇ ਦੁੱਗਣੀ ਪ੍ਰੈਕਟਿਸ ਕੀਤੀ ਹੈ ਤੇ ਦੁਨੀਆ ਦਾ ਸਭ ਤੋਂ ਤਗੜਾ ਫੁੱਲ ਬੈਕ ਉਹ ਬੰਦਾ ਤਾਂ ਦੁੱਗਣਾ ਹੀ ਤਗੜਾ ਸੀ ਜੀ। ਜਿਹੜੇ ਪਾਸੇ ਸਰਜੀਤ ਹੁੰਦਾ ਸੀ, ਪਿਰਥੀਪਾਲ ਹੁੰਦਾ ਸੀ, ਉਸ ਪਾਸੇ ਦੀ ਪਾਕਿਸਤਾਨ ਵਾਲੇ ਬਾਹਰ ਨਹੀਂ ਸੀ ਲਾਉਣ ਦਿੰਦੇ ਜੀ। ਜੇ ਉਹਨਾਂ ਨੇ ਗੋਲ ਕਰਨਾ ਦੂਜੇ ਪਾਸੇ ਦੀ, ਇਹ ਬੰਦੇ ਲੰਘਣ ਨਹੀਂ ਸਿੰਦੇ, ਇੰਨੇ ਤਗੜੇ ਸੀ ਜੀ। ਤੇ ਆਪਣੇ ਬੜੇ ਦੋਸਤ ਸੀ ਵਧੀਆ। ਤੇ ਆਪਾਂ ਗੱਲ ਕਰ ਰਹੇ ਸੀ ਤੇ ਗੁਰਦਾਸ ਮਾਨ ਸਾਹਿਬ ਹੋਰਾਂ ਨਾਲ ਤੁਹਾਡੀ ਫਿਰ ਕਿਸ ਤਰ੍ਹਾਂ ਦੀ? ਹਾਂ ਜੀ, ਗੁਰਦਾਸ ਮਾਨ ਜੀ ਸਾਡੇ ਸੀਨੀਅਰ ਸੀਗੇ, ਬੜੇ ਵਧੀਆ ਇਨਸਾਨ ਸੀਗੇ। ਉਹਨਾਂ ਦੀ ਤੁਲਨਾ ਮੈਂ ਆਪਣੇ ਕੁਲਵੰਤ ਸਿੰਘ ਜੀ ਨਾਲ ਕਰਦਾ ਹੁੰਦਾ ਜੀ। ਕੁਲਵੰਤ ਸਿੰਘ ਵੀ ਸਾਡੇ ਲਿਖਾਰੀ ਵੀ ਨੇਗੇ, ਕਬੱਡੀ ਦੇ ਪਲੇਅਰ ਨੇ, ਖਿਡਾਰੀ ਵੀ ਨੇਗੇ ਤੇ ਇਹ ਤਗੜੇ ਬੁਲਾਰੇ ਵੀ ਨੇ ਜੀ। ਹਾਂਜੀ। ਤੇ ਗੁਰਦਾਸ ਮਾਨ ਵੀ ਲਿਖਾਰੀ ਵੀ ਸੀ, ਖਿਡਾਰੀ ਸੀ ਤੇ ਪਲੇਅਰ ਵੀ ਸੀ ਤੇ ਨਾਲ ਗਾਇਕ ਸੀਗਾ ਜੀ। ਹਾਂਜੀ। ਮਤਲਬ ਇਹ ਬਹੁਤ ਵਧੀਆ ਇਨਸਾਨ ਸੀ ਤੇ ਬਹੁਤ ਵਧੀਆ ਮਤਲਬ ਜੀ ਲਵਾਉਂਦੇ ਸੀ ਉਹਨਾਂ ਦੇ ਵਿੱਚ। ਜਦੋਂ ਕਿਤੇ ਸਾਡੀਆਂ ਮਹਿਫਲਾਂ ਜੁੜਦੀਆਂ ਤੇ ਅਸੀਂ ਇਕੱਠੇ ਹੋ ਕੇ ਬਹਿ ਜਾਂਦੇ ਸੀ ਇੱਥੇ। ਗੁਰਦਾਸ ਮਾਨ ਜੀ ਕਿਹੜੀ ਗੇਮ ਕਰਦੇ ਸੀ? ਇਹ ਜਿਮਨਾਸਟਿਕ ਕਰਦੇ ਸੀ ਜੀ। ਹਾਂਜੀ, ਜਿਮਨਾਸਟਿਕ ਦੇ ਨਾਲ ਗਾਇਕੀ ਨਾਲ। ਹਾਂਜੀ ਜੀ ਜੀ। ਸੋ ਬੜਾ ਵਧੀਆ ਲੱਗ ਰਿਹਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਹੁਣ ਲਾਸਟ ਦੇ ਵਿੱਚ ਤੁਸੀਂ ਆਪਣੇ ਖੇਡ ਤਜਰਬੇ ਦੇ ਮੁਤਾਬਕ ਕੀ ਮੈਸੇਜ ਦੇਣਾ ਚਾਹੋਗੇ ਸਾਡੀਆਂ ਖੇਡ ਕਲੱਬਾਂ ਨੂੰ, ਨਵੇਂ ਕਬੱਡੀ ਦੇ ਖਿਡਾਰੀਆਂ ਨੂੰ? ਕਿਉਂਕਿ ਕਾਫੀ ਉਣਤਾਂ ਜਿਹੜੀਆਂ, ਠੀਕ ਹੈ ਕਬੱਡੀ ਜਿਹੜੀ ਲੱਖਾਂ ਦੇ ਵਿੱਚ, ਕਰੋੜਾਂ ਦੇ ਵਿੱਚ ਪਹੁੰਚ ਗਈ ਹੈ, ਪਰ ਉਹਦੇ ਵਿੱਚੋਂ ਘਾਟਾਂ ਹੀ ਬਹੁਤ ਵੱਡੀਆਂ ਆਈਆਂ ਨੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਸ ਤਰ੍ਹਾਂ ਦੇ ਸੁਧਾਰ ਕਿਵੇਂ ਹੋ ਸਕਦੇ? ਮੈਂ ਤਾਂ ਬੱਚਿਆਂ ਨੂੰ ਇਹੀ ਕਹਿਦਾ ਜੀ ਵੀ ਵੱਧ ਤੋਂ ਵੱਧ ਮਿਹਨਤ ਕਰੋ, ਨਸ਼ੇ ਪੱਤੇ ਤੋਂ ਦੂਰ ਰਹੋ। ਜਿੰਨੀ ਪ੍ਰੈਕਟਿਸ ਕਰ ਲਓਗੇ ਉਨੇ ਹੀ ਤੁਸੀਂ ਤਗੜੇ ਹੋ ਜਾਓਗੇ। ਮਾੜੇ ਤੋਂ ਮਾੜਾ ਬੰਦਾ ਵੀ ਤੁਹਾਨੂੰ ਦੱਸ ਕੇ ਹਟਿਆ, ਜਿੰਨੀ ਉਹ ਪ੍ਰੈਕਟਿਸ ਕਰੂ ਉਨੀ ਉਹ ਰਾਈਜ਼ ਕਰ ਜੂਗਾ। ਬਾਕੀ ਕੋਈ ਮੈਨੂੰ ਮਰਜ਼ੀ ਮੁੰਡਾ ਫੜਾਓ ਤੁਸੀਂ, ਉਹ ਮਾੜੇ ਘਰ ਦਾ ਕੋਈ ਪ੍ਰੋਬਲਮ ਨਹੀਂ। ਮਤਲਬ ਡਾਈਟ ਦਾ ਦੇਖੋ, ਬੈਲੈਂਸ ਡਾਈਟ ਤਾਂ ਚਾਹੀਦੀ ਹੈਗੀ ਤੇ ਨਾਲ ਜੇ ਆਪਣਾ ਪ੍ਰੈਕਟਿਸ ਹੋ ਜੇ ਤਾਂ ਉਹ ਬੰਦਾ ਬਿਲਕੁਲ ਕਿਤੇ ਨਾ ਕਿਤੇ ਪਹੁੰਚੂਗਾ ਜੀ। ਹਾਂਜੀ, ਬਿਲਕੁਲ ਜੀ। ਸੋ ਜਿਸ ਤਰ੍ਹਾਂ ਤੁਹਾਡੇ ਵੇਲੇ ਤਾਂ ਨੌਕਰੀਆਂ ਦਾ ਸੀਗਾ, ਦੇਖੋ ਤੁਹਾਨੂੰ ਤੁਹਾਡੇ ਮੈਡਲ ਸੀਗੇ, ਤੁਹਾਨੂੰ ਉਹਦੇ ਵਿੱਚ ਉਹਦਾ ਬੈਨੀਫਿਟ ਮਿਲਿਆ, ਤੁਹਾਨੂੰ ਜੋਬ ਮਿਲੀ, ਪਰ ਅੱਜ ਕੱਲ੍ਹ ਇਹ ਚੀਜ਼ਾਂ ਘੱਟ ਨੇ। ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਂ ਜੀ, ਰੁਜ਼ਗਾਰ ਦੇ ਮੌਕੇ ਬੜੇ ਘੱਟ ਗਏ ਨੇ ਤੇ ਰੁਜ਼ਗਾਰ ਦੇ ਮੌਕੇ ਵਧਣੇ ਚਾਹੀਦੇ ਨੇ, ਖਾਸ ਕਰਕੇ ਸਪੋਰਟਸ ਵਾਲਿਆਂ ਵਾਸਤੇ ਜੀ। ਬਾਕੀ ਹੈਗੇ ਵੀ ਨੇ ਜੀ। ਹੁਣ ਜਿਵੇਂ ਆਪਣੇ ਮੇਰੇ ਕੋਲ ਕਿੰਨੇ ਮੁੰਡੇ ਜਿਹੜੇ ਉਹ ਪੁਲਿਸ ਦੇ ਵਿੱਚ ਭਰਤੀ ਹੋ ਗਏ ਨੇਗੇ। 2 ਭਰਾ ਤਾਂ ਸਰਦਾਰ ਕੁਲਵੰਤ ਸਿੰਘ ਦੇ, ਇੱਕ ਤਾਂ ਦਰਸ਼ਨ ਸਿੰਘ ਆ, ਉਹ ਨਥਾਣੇ ਆ ਇਸ ਟਾਈਮ ਚੌਂਕੀ ਇੰਚਾਰਜ ਆ, ਉੱਥੋਂ ਦਾ ਥਾਣੇ ਦਾ ਇੰਚਾਰਜ ਹੈਗਾ। ਉਹਦਾ ਭਰਾ ਰਣਧੌੜ ਹੈਗਾ, ਉਹ ਸਾਬੂ ਕੀ ਤਲਵੰਡੀ 'ਚ ਲੱਗਿਆ ਹੋਇਆ ਜੀ। ਇੱਕ ਰਣਜੋਤ ਸਿੰਘ ਹੈ ਜੀ, ਮੁੰਡਾ ਆਪਣਾ ਝਨੀਰ ਤੋਂ, ਉਹ ਵੀ ਹੁਣ ਰਿਟਾਇਰ ਹੋਣਾ ਹੈਗਾ, ਉਹ ਵੀ ਮੇਰਾ ਸਟੂਡੈਂਟ ਆ। ਕਾਫੀ ਮੁੰਡੇ ਨੇ ਜਿਹੜੇ ਝਨੀਰ ਦੇ ਬੜੇ ਮੁੰਡੇ ਉਹ ਸਿਲੈਕਟ ਹੋਏ ਜੀ। ਉਹ ਸਿਰਫ ਖੇਡਣ ਕਰਕੇ ਸਾਰੇ ਹੋਏ। ਇੱਧਰ ਮੌਕੇ ਮਿਲਟਰੀ ਜਾਣ ਦੇ
ਤੇ ਆਪਣਾ ਪੁਲਿਸ ਵਿੱਚ ਜਾਣ ਦੇ ਬੜੇ ਮਿਲ ਜਾਂਦੇ ਨੇ ਜੀ, ਤੇ ਉਹ ਮੁੰਡੇ ਜਾਂਦੇ ਵੀ ਨਹੀਂ ਜੀ। ਪਰ ਹੁਣ ਘੱਟ ਰਹੇ ਨੇ, ਜਿਵੇਂ ਪਹਿਲਾਂ ਕੋਟੇ ਰੱਖੇ ਹੁੰਦੇ ਸੀ, ਉਹ ਚੀਜ਼ਾਂ ਲੱਗਦਾ ਵੀ ਕਾਫੀ ਕਿਤੇ ਨਾ ਕਿਤੇ ਘੱਟ। ਹਾਂ, ਇਹ ਸਰਕਾਰ ਨੂੰ ਚਾਹੀਦਾ ਜੀ, ਮਤਲਬ ਵੱਧ ਤੋਂ ਵੱਧ ਮੌਕੇ ਦੇਵੇ ਜੀ, ਤੇ ਬੱਚਿਆਂ ਨੂੰ ਸੈੱਟ ਕਰਨੇ। ਬੇਰੁਜ਼ਗਾਰੀ ਤਾਂ ਬਹੁਤ ਉਹ ਹੈ ਜੀ, ਬੰਦੇ ਨੂੰ ਲੈ ਵੇਂਦੀ ਹੈ ਜੀ। ਬਿਲਕੁਲ ਜੀ, ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ ਜੀ ਇੱਥੇ ਆਏ ਦਾ। ਸਾਡੇ ਜੋਗਾ ਸਮਾਂ ਕੱਢਿਆ ਤੇ ਆਪਣੀ ਜ਼ਿੰਦਗੀ ਦੀਆਂ ਬੇਸ਼ਕੀਮਤੀ ਗੱਲਾਂ ਨੇ ਜੋ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ ਜੀ। ਸੋ ਦੋਸਤੋ, ਇਹ ਸਨ ਸਰਦਾਰ ਕੁਲਦੀਪ ਸਿੰਘ ਜੀ ਵਸਤਰ, ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਤੇ ਨਾਲ ਐਥਲੀਟ। ਸੋ ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ। ਉਦੋਂ ਤੱਕ ਦੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ। ਸਤਿ ਸ੍ਰੀ ਅਕਾਲ।